ਆਰਾ ਰੇਡੀਓ 91.2 ਸਵਰਗੰਗਾ ਦੋਸਤੋ, ਮੈਂ ਤੁਹਾਡੀ ਦੋਸਤ ਤੇ ਹੋਸਟ ਕਰਮਜੀਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਹੀ ਦੁਆ ਕਰਦੀ ਹਾਂ। ਤੇ ਅੱਜ ਦਾ ਪ੍ਰੋਗਰਾਮ ਇੱਕ ਮੁਲਾਕਾਤ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਤੁਹਾਡੇ ਰੂਬਰੂ ਕਰਦੀ ਹਾਂ ਮੈਂ ਖਾਸ ਹਸਤੀ ਨੂੰ। ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਜਾਣਦੇ ਹਾਂ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਆਪਾਂ, ਤਾਂ ਕਿ ਉਹਨਾਂ ਬਾਰੇ ਜਾਣ ਸਕੀਏ ਤੇ ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਜਾਣ ਸਕੀਏ। ਤੇ ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ ਰਜਨੀ ਵਾਲੀਆ ਜੀ। ਤੇ ਰਜਨੀ ਜੀ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂਗੀ, ਬਾਕੀ ਅਸੀਂ ਉਹਨਾਂ ਨਾਲ ਗੱਲਬਾਤ ਦੇ ਦੌਰਾਨ ਹੀ ਜਾਣਾਂਗੇ। ਉਹਨਾਂ ਤੋਂ ਉਹਨਾਂ ਦੀਆਂ ਹਿੰਦੀ ਪੰਜਾਬੀ ਦੀਆਂ ਰਚਨਾਵਾਂ ਸੁਣਾਂਗੇ। ਬਹੁਤ ਜਲਦ ਸਾਡੇ ਨਾਲ ਜੁੜਨ ਵਾਲੇ ਨੇ ਲਾਈਵ ਸੀਮਾ ਭਾਟੀਆ ਜੀ ਜੁੜ ਗਏ ਨੇ, ਜੀ ਆਇਆਂ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਰਜੀਤ ਧਾਮੀ ਜੀ ਸਾਡੇ ਨਾਲ ਜੁੜ ਗਏ ਨੇ, ਜੀ ਆਇਆਂ ਨੂੰ ਜੀ। ਕ੍ਰਿਸ਼ਨ ਮਾਨ ਵੀ ਬੜੀਆਂ ਸਾਡੇ ਨਾਲ ਜੁੜ ਗਏ ਨੇ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਸਤੇ। ਸੰਗ ਕਿਤਾਬਾਂ ਦੋਸਤੀ ਸਤੈਬ ਰਹੇ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਦੋਸਤੀ ਤਾਂ ਬਹੁਤ ਪੁਰਾਣੀ ਆ ਕਿਤਾਬਾਂ ਨਾਲ ਤੇ ਮਰਦੇ ਦਮ ਤੱਕ ਰਹੇਗੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਪ੍ਰੋਗਰਾਮ ਨਾਲ ਜੁੜਨ ਵਾਸਤੇ। ਤੇ ਰਜਨੀ ਜੀ ਸਾਡੇ ਨਾਲ ਤੁਰੰਤ ਹੀ ਜੁੜਨਗੇ ਤੇ ਜਦੋਂ ਜੁੜਨਗੇ ਅਸੀਂ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਨੂੰ। ਫਿਲਹਾਲ ਕਿਰਪਾ ਕਰਕੇ ਜੇ ਦੇਖ ਰਹੇ ਆ ਤਾਂ ਮੈਸੇਜ ਕਰੋ ਮੈਨੂੰ, ਰਜਨੀ ਵਾਲੀਆ ਜੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਪ੍ਰੋਗਰਾਮ ਨਾਲ ਜੁੜਨ ਵਾਸਤੇ ਜੀ। ਸੀਮਾ ਭਾਟੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ। ਹਾਲੇ ਤੱਕ ਰਜਨੀ ਵਾਲੀਆ ਜੀ ਮੇਰੀ ਐਡ ਲਿਸਟ ਦੇ ਵਿੱਚ ਨਹੀਂ ਆਏ। ਹਰਮੀਤ ਵਿਦਿਆਰਥੀ ਜੀ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ 'ਚ। ਤੇ ਰਜਨੀ ਵਾਲੀਆ ਜੀ ਨੂੰ ਮੈਂ ਮੈਸੇਜ ਕੀਤਾ ਹੋਇਆ, ਪਰ ਹਲੇ ਤੱਕ ਜੀ ਯੈਸ, ਤੁਹਾਡੀ ਸਕਰੀਨ ਤੇ ਦੇਖੋ ਰਜਨੀ ਜੀ, ਤੁਹਾਡੀ ਦੇਖੋ ਜੀ, ਤੁਹਾਨੂੰ ਇੱਕ ਜਿਹੜੀ ਰਿਕੁਐਸਟ ਨਜ਼ਰ ਆ ਰਹੀ ਹੋਗੀ, ਉਸ ਨੂੰ ਐਕਸੈਪਟ ਕਰੋ ਪਲੀਜ਼। ਤੁਹਾਡੀ ਸਕਰੀਨ ਤੇ ਮੈਂ ਤੁਹਾਨੂੰ ਐਡ ਰਿਕੁਐਸਟ ਭੇਜੀ ਹੈ, ਕਿਰਪਾ ਜੀ ਬਿਲਕੁਲ ਜੀ ਆਇਆਂ ਨੂੰ ਰਜਨੀ ਜੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਹਾਂਜੀ ਮੈਮ, ਤੁਹਾਨੂੰ ਸੁਣ ਰਹੀ ਹੈ ਜੀ? ਬਿਲਕੁਲ, ਜੀ ਆਇਆਂ ਨੂੰ ਕਹਿੰਦੇ ਆ ਇੱਕ ਮੁਲਾਕਾਤ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਸ਼ੁਕਰੀਆ ਮੈਮ ਜੀ ਤੇ ਸਾਨੂੰ ਖੁਸ਼ੀ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਤੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਤੇ ਬਹੁਤ ਸਾਰੇ ਜਿਹੜੇ ਸਰੋਤੇ ਹੈ, ਜਿਹੜੇ ਦਰਸ਼ਕ ਹੈ ਸਾਡੇ ਨਾਲ ਜੁੜ ਚੁੱਕੇ ਨੇ। ਸੀਮਾ ਭਾਟੀਆ ਜੀ ਜੁੜ ਚੁੱਕੇ ਨੇ ਤੇ ਹਰਮੀਤ ਵਿਦਿਆਰਥੀ ਜੀ ਸਾਡੇ ਨਾਲ ਬਣੇ ਹੋਏ ਨੇ। ਕ੍ਰਿਸ਼ਨ ਮਾਨਵੀਵੜੀਆਂ ਜੀ, ਬਣਵਾਰੀ ਸਹਾਰਨ ਜੀ ਸਾਡੇ ਨਾਲ ਜੁੜ ਗਏ ਨੇ, ਵੈਲਕਮ ਕਰਿਓ ਜੀ। ਤੇ ਸਭ ਤੋਂ ਪਹਿਲਾਂ ਰਜਨੀ ਵਾਲੀਆ ਜੀ, ਅਸੀਂ ਤੁਹਾਡੇ ਬਚਪਨ ਬਾਰੇ ਜਾਣਾਂਗੇ। ਕਿਹੜਾ ਪਿੰਡ ਸ਼ਹਿਰ ਸੀ ਜਿੱਥੋਂ ਦੇ ਤੁਸੀਂ ਜੰਮ ਪਲੋ ਤੇ ਕਿਹੜੀਆਂ ਗਲੀਆਂ ਵਿੱਚ ਖੇਡ ਕੇ ਵੱਡੇ ਹੋਏ? ਹਾਂਜੀ, ਪਹਿਲਾਂ ਤਾਂ ਮੈਂ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਤੁਹਾਡਾ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਮੈਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਲਾ ਸੰਘਿਆ ਮੇਰਾ ਜਨਮ ਹੋਇਆ। ਮੰਮੀ ਪਾਪਾ ਦੋਨੋਂ ਅਧਿਆਪਕ ਸੀ ਤੇ ਉਹਨਾਂ ਦੀ 4 ਭੈਣਾਂ ਤੇ ਇੱਕ ਭਰਾ ਮੇਰਾ ਤੀਸਰੇ ਨੰਬਰ ਤੇ ਆ ਮੈਂ। ਉਹਨਾਂ ਦੀ ਸਾਹਿਤਿਕ ਲਗਨ ਸੀ ਮੇਰੇ ਪਾਪਾ ਦੀ, ਸ਼ੁਰੂ ਤੋਂ ਹੀ ਉਹ ਸਾਹਿਤਿਕ ਸਭਾਵਾਂ 'ਚ ਜਾਂਦੇ ਸੀ। ਤਰਸੀਮ ਲਾਲ ਵਾਲੀਆ ਜੀ ਉਹਨਾਂ ਦਾ ਨਾਮ। ਤੇ ਉੱਥੋਂ ਮੈਨੂੰ ਬਚਪਨ ਤੋਂ ਹੀ ਥੋੜੀ ਚੇਟਕ ਲੱਗੀ
ਸਾਹਿਤ ਵਾਲੇ ਪਾਸੇ ਜਾਣ ਦੀ, ਹੂੰ। ਤੇ ਉਹਨਾਂ ਦੀ ਜੀ। ਰਾਹਨੁਮਾਈ ਦੇ ਵਿੱਚ ਮੈਂ ਇਸ ਰਸਤੇ ਤੇ ਚੱਲੀ। ਵਾਹ, ਕੀ ਬਾਤ ਹੈ। ਜਾਣੀ ਕਿ ਘਰ ਤੋਂ ਹੀ ਤੁਹਾਨੂੰ ਲਿਖਣ ਦੀ ਗੁੜਤੀ ਮਿਲ ਗਈ। ਹਾਂਜੀ। ਜੀ। ਲਿਖਣ ਦੀ ਗੁਣ ਵੱਲੋਂ ਤੇ ਮਿਲੀ ਆ, ਬਟ ਸੀ ਜਾਂਦੇ ਉਦੋਂ ਸਾਹਿਤਿਕ ਸਭਾਵਾਂ ਦੇ ਵਿੱਚ ਮੈਨੂੰ ਮਤਲਬ ਇਹ ਸਾਹਿਤਿਕ ਲਗਨ ਤਾਂ ਲੱਗ ਗਈ, ਪਰ ਮੈਂ ਸਿੱਖਿਆ ਸਭ ਕੁਝ ਚੋਰੀ ਚੋਰੀ। ਮੈਨੂੰ ਬੜੀ ਸ਼ੌਂਕ ਹੁੰਦਾ ਸੀ ਬੜਾ ਕਿ ਮੈਂ ਜਾਵਾਂ, ਤੇ ਪਰ ਉਦੋਂ ਇੰਨਾ ਨਹੀਂ ਸੀ ਜਿੱਦਾਂ ਹੁਣ ਜਿਹੜੀਆਂ ਔਰਤਾਂ ਸਰਗਰਮ ਹੋ ਚੁੱਕੀਆਂ ਆ ਸਾਹਿਤਿਕ ਸਭਾਵਾਂ 'ਚ ਜਾਂਦੇ ਆ। ਉਦੋਂ ਇਵੇਂ ਤੇ ਨਹੀਂ ਸੀ ਲੈ ਕੇ ਜਾਂਦੇ ਪਾਪਾ, ਬਟ ਉਹਨਾਂ ਕੋਲੋਂ ਮੈਨੂੰ ਲਗਨ ਸੀ ਇੱਕ ਕਿ ਮੈਂ ਇਸ ਪਾਸੇ ਨੂੰ ਜਾਂ ਕੋਈ 2-4 ਲਾਈਨਾਂ ਲਿਖ ਲੈਣੀਆਂ। ਬਸ ਉੱਥੋਂ ਹੀ ਸਾਹਿਤਿਕ ਚੇਤਕ ਲੱਗ ਗਈ। क्या बात है, क्या बात है। ਜਾਣੀ ਕਿ ਘਰ ਤੋਂ ਪੂਰੀ ਤਰ੍ਹਾਂ ਸਪੋਰਟ ਨਹੀਂ ਸੀ ਉਸ ਸਮੇਂ, ਜਿਵੇਂ ਜਿਹੋ ਜਿਹਾ ਸਮਾਂ ਸੀ ਉਸ ਹਾਂਜੀ ਸਮੇਂ ਕਹਿ ਸਕਦੇ ਆ ਨਾ। ਜੀ। ਹਾਂਜੀ ਤੇ ਸਾਹਿਤ ਪੜ੍ਹਨਾ ਸ਼ੁਰੂ ਤੋਂ ਹੀ ਤੁਸੀਂ ਨਾਲ-ਨਾਲ ਸਿੱਖਦੇ ਰਹੇ, ਜਾਂ ਕੁਝ ਕਿਤਾਬਾਂ ਪੜ੍ਹੀਆਂ ਹੋਣ, ਤੁਹਾਨੂੰ ਯਾਦ ਹੋਵੇ ਕਿ ਤੁਹਾਨੂੰ ਲਿਖਣ ਦੀ ਲਗਨ ਲੱਗੀ ਕਿਉਂ ਸੀ? ਚੇਟਕ ਲੱਗਦੀ ਆ, ਕੁਛ ਨਾ ਕੁਛ ਐਸਾ ਜ਼ਰੂਰ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਕੋਈ ਪ੍ਰੇਰਨਾ ਕਹਿ ਸਕਦੇ ਆ, ਜਿਸ ਤੋਂ ਸਾਨੂੰ ਲਿਖਣਾ ਜਦੋਂ ਸ਼ੁਰੂ ਕਰ, ਤੇ ਤੁਹਾਨੂੰ ਕੋਈ ਇਹੋ ਜਿਹਾ ਪਲ ਯਾਦ ਹੋਵੇ। ਮੈਨੂੰ ਨਾ ਜਦੋਂ ਵੀ ਕਿਸੇ ਚੀਜ਼ ਤੋਂ ਇਰੀਟੇਸ਼ਨ ਹੁੰਦੀ ਸੀ, ਜਿੱਦਾਂ ਮੈਂ ਜਿਹੜੀ ਚੀਜ਼ ਦੇਖਦੀ ਸੀ ਬਟ ਮੈਨੂੰ ਲੱਗਦੀ ਸੀ ਕਿ ਇਹ ਕਿਤੇ ਨਾ ਕਿਤੇ ਗਲਤ ਆ, ਜਾਂ ਮੈਂ ਉਹਨੂੰ ਬਰਦਾਸ਼ਤ ਨਹੀਂ ਸੀ ਕਰ ਪਾਉਂਦੀ, ਫਿਰ ਮੈਂ ਉਹਨੂੰ ਕਾਗਜ਼ ਕਲਮ ਤੇ ਉਤਾਰ ਕੇ ਆਪਣਾ ਮਨ ਹਲਕਾ ਕਰਦੀ ਸੀ। ਬਹੁਤ ਵਾਰ ਏਦਾਂ ਹੁੰਦਾ ਕਿ ਜੋ ਸਾਨੂੰ ਲੱਗਦਾ ਕਿ ਨਹੀਂ ਸਾਡੇ ਅਕੋਰਡਿੰਗ ਚੱਲ ਰਿਹਾ, ਤੇ ਸਾਨੂੰ ਉਤੋਂ ਇਰੀਟੇਸ਼ਨ ਹੁੰਦੀ, ਜਿੱਦਾਂ ਕਿਸੇ ਮਜ਼ਦੂਰ ਨੂੰ ਦੇਖਣਾ, ਗਰੀਬ ਨੂੰ ਦੇਖਣਾ, ਜਾਂ ਇਦਾਂ ਦੇ ਹਾਲਾਤ ਦੇਖਣੇ। ਉਦੋਂ ਫਿਰ ਮੈਨੂੰ ਬੜੀ ਦਿੱਕਤ ਹੁੰਦੀ ਸੀ, ਤੇ ਜਦੋਂ ਤੱਕ ਮੈਂ ਕਾਪੀ ਕਲਮ ਤੇ ਨਾ ਉਤਾਰ ਲੈਣਾ, ਉਦੋਂ ਤੱਕ ਮੈਨੂੰ ਨੀਂਦ ਨਹੀਂ ਸੀ ਆਉਂਦੀ, ਤੇ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਸੁਰਖਰੂ ਹੋ ਗਈ ਆ, ਕਿ ਥੋੜਾ ਮੈਂ ਆਪਣਾ ਜਿਹੜਾ ਮਨ ਹਲਕਾ ਕਰ ਲਿਆ। ਤੇ ਕਾਗਜ਼ ਤੇ ਕਲਮ ਉਸ ਟਾਈਮ ਤੇ ਮੇਰੇ ਲਈ ਇੱਕ ਬੜਾ ਵੱਡਾ ਸਹਾਰਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਤੇ ਜੇ ਅਸੀਂ ਤੁਹਾਡੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕਿੱਥੋਂ ਕਿੱਥੋਂ ਪ੍ਰਾਪਤ ਕੀਤੀ ਤੁਸੀਂ? ਐਜੂਕੇਸ਼ਨ ਮੈਂ BA ਉੱਥੇ ਕਾਲਜ ਸੰਤ ਹੀਰਾਦਾਸ ਕੰਨਿਆ ਮਹਾਵਿਦਿਆਲਿਆ ਕਾਲਾ ਸੰਘਿਆ ਤੋਂ ਕੀਤੀ। ਜੀ। ਉਸ ਤੋਂ ਅੱਗੇ ਮੈਂ ਪ੍ਰਾਈਵੇਟ ਪੜ੍ਹੀ ਆ, ਕਿਉਂਕਿ ਕੁਝ ਪਿੰਡਾਂ ਦਾ ਮਾਹੌਲ ਸੀ, ਤੇ ਕੁਝ ਮਤਲਬ ਸਾਡੇ ਉੱਥੇ ਪੜ੍ਹਨ ਦਾ, ਲੜਕੀਆਂ ਦੇ ਪੜ੍ਹਨ ਦਾ ਨਹੀਂ ਇੰਨਾ ਜ਼ਿਆਦਾ ਸੀ ਕਿ ਲੜਕੀਆਂ ਪੜ੍ਹਨ। ਸੋ ਮੈਂ BA ਤੋਂ ਬਾਅਦ ਦੇ ਵਿੱਚ ਮੈਂ ਹਿੰਦੀ ਦੀ MA ਕੀਤੀ ਪ੍ਰਾਈਵੇਟ ਤੌਰ ਤੇ। ਉਹ 'ਚੋਂ ਮੈਂ ਯੂਨੀਵਰਸਿਟੀ ਚੋਂ ਪ੍ਰਾਈਵੇਟ ਸਟੂਡੈਂਟਸ ਤੋਂ ਤੀਸਰੇ ਨੰਬਰ ਤੇ ਆਈ ਸੀ। ਕਿਆ ਉਸ ਤੋਂ ਬਾਤ ਬਾਅਦ ਹੈ, 'ਚ ਫਿਰ ਮੈਂ ਹਿਸਟਰੀ ਦੀ MA ਤੇ ਪੋਲੀਟੀਕਲ ਸਾਇੰਸ ਦੀ MA ਮੈਂ ਘਰਦਿਆਂ ਤੋਂ ਚੋਰੀ ਕੀਤੀ, ਕਿਉਂਕਿ ਉਹ ਪੜ੍ਹਨ ਨਹੀਂ ਸੀ ਦਿੰਦੇ ਕਿ ਬਸ ਜ਼ਿਆਦਾ ਨਹੀਂ, ਕੁੜੀਆਂ ਲਈ ਜ਼ਿਆਦਾ ਨਹੀਂ ਹੁੰਦਾ ਚੰਗਾ। ਫਿਰ ਮੈਂ ਉਹ ਪੜ੍ਹ ਕੇ ਭਰ ਕੇ ਫਾਰਮ, ਤੇ ਮੈਂ ਅਖਬਾਰਾਂ ਦੇ ਥੱਲੇ ਕਿਤਾਬਾਂ ਰੱਖ ਕੇ ਆਪਣੀ ਤਿਆਰੀ ਕਰਦੀ ਸੀ, ਤੇ ਜਦੋਂ ਵਾਹ ਰੋਲ ਨੰਬਰ ਆਉਂਦਾ ਸੀ ਉਦੋਂ ਘਰਦਿਆਂ ਨੂੰ ਪਤਾ ਲੱਗਦਾ ਸੀ ਕਿ ਇਹਨੇ ਫਿਰ MA ਦਾ ਭਰ ਦਿੱਤਾ ਹੋਇਆ। ਪ੍ਰਾਈਵੇਟ ਤੌਰ ਤੇ ਮੈਂ ਉਹੀ ਕਰ ਸਕਦੀ ਸੀ, ਇਸ ਕਰਕੇ ਮੈਂ 3 MA ਕੀਤੀਆਂ। ਵਾਓ ਫਿਰ ਵਾਓ, ਕਿਆ ਬਾਤ ਹੈ। ETT 'ਚ ਸੀਟ ਮਿਲ ਗਈ, ਉਹਦੇ ਬਿਨਾਂ ਤੇ ਫਿਰ ਜੌਬ ਮਿਲ ਗਈ। 1 ਸਾਲ ਮੈਂ ਕਾਲਜ ਪੜ੍ਹਾਇਆ ਪ੍ਰਾਈਵੇਟ ਤੌਰ ਤੇ, ਫਿਰ ਮੈਨੂੰ ਨਾ ਸਰਕਾਰੀ ਨੌਕਰੀ ਮਿਲ ਗਈ। ਉਸ ਤੋਂ ਬਾਅਦ 'ਚ B.Ed ਐਂਟਰੈਂਸ ਕੀਤੀ, ਤੇ ਮੈਰਿਜ ਤੋਂ ਬਾਅਦ 'ਚ ਮੈਂ B.Ed ਕੰਪਲੀਟ ਕੀਤੀ ਆਪਣੀ। ਉਹ 'ਚ ਮੈਂ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜਾ ਸੀ ਟੌਪ ਕੀਤਾ ਸੀ ਕੋਰਸਪੋਂਡੈਂਸ ਤੌਰ ਤੇ। ਕਿਆ ਬਾਤ ਹੈ। ਜਾਣੀ ਕਿ ਵਿਆਹ ਤੋਂ ਬਾਅਦ ਤੁਹਾਨੂੰ ਸਾਥ ਮਿਲਿਆ ਜੀਵਨ ਸਾਥੀ ਦਾ, ਅੱਗੇ ਉਹਨਾਂ ਨੇ ਇਜਾਜ਼ਤ ਦਿੱਤੀ ਕਿ ਅੱਗੇ ਪੜ੍ਹਾਈ ਕਰੋ ਤੁਸੀਂ? ਹਾਂਜੀ ਬਿਲਕੁਲ, ਮੈਂ ਸ਼ਰਤ ਇਹ ਰੱਖੀ ਸੀ ਕਿ ਮੈਂ ਅੱਗੇ ਪੜ੍ਹਨਾ ਆ, ਤੇ ਉਹਨਾਂ ਨੇ ਕਿਹਾ ਸੀ ਕਿ ਜਿੰਨਾ ਵੀ PhD ਲੈਵਲ ਤੱਕ ਮੈਂ ਸੋਚਿਆ ਸੀ ਕਿ ਮੈਂ ਅੱਗੇ ਪੜ੍ਹਨਾ ਆ, ਕਿਉਂਕਿ ਮੈਨੂੰ ਪੜ੍ਹਨ ਦੀ ਬੜੀ ਭੁੱਖ ਸੀ ਕਿ ਮੈਂ ਜਿੰਨਾ ਵੱਧ ਤੋਂ ਵੱਧ ਜ਼ਿੰਦਗੀ ਦੇ ਲਾਸਟ ਮੂਮੈਂਟ ਤੱਕ ਪੜ੍ਹਨਾ ਚਾਹੁੰਦੀ ਹਾਂ। ਤੇ ਜੀ। ਉਹਨਾਂ ਨੇ ਹਾਮੀ ਦਿੱਤੀ, ਤੇ ਫਿਰ B.Ed ਉਹਨਾਂ ਦੇ ਸਾਥ ਨਾਲ ਹੀ ਕਰ। ਵਾਹ ਵਾਹ, ਕਿਆ ਬਾਤ ਹੈ। ਕਿੰਨਾ ਚੰਗਾ ਲੱਗਦਾ ਹੈ ਨਾ ਜਦੋਂ ਜੀਵਨ ਸਾਥੀ ਸਾਡੇ ਮਨ ਦੀਆਂ ਗੱਲਾਂ ਨੂੰ ਸਮਝੇ, ਹਨਾ। ਬਿਲਕੁਲ ਖਾਣ ਪਾਉਣ ਨੂੰ ਭਾਵੇਂ ਘੱਟ ਮਿਲ ਜਾਵੇ, ਪਰ ਦਿਲ ਦੀ ਗੱਲ ਸਮਝਣ ਵਾਲਾ ਹੋਵੇ ਜੀਵਨ ਸਾਥੀ, ਤਾਂ ਜ਼ਿੰਦਗੀ ਸਵਰਗ ਬਣ ਜਾਂਦੀ। ਹਾਂਜੀ ਬਿਲਕੁਲ ਜੀ। ਜੀ ਜੀ। ਤੇ
ਜੇ ਅਸੀਂ ਉਹ ਸਿਲਸਿਲਾ ਤੁਹਾਡਾ ਅਨਮੈਰਿਡ ਸੀ ਉਦੋਂ ਤੋਂ ਚੱਲਦਾ ਰਿਹਾ ਲਿਖਣ ਵਾਲਾ ਹਨਾ, ਨਾਲ ਨਾਲ ਤੁਸੀਂ ਸਟੱਡੀ ਵੀ ਕਰਦੇ ਰਹੇ, ਉਦੋਂ ਕਿਤੇ ਹਾਂਜੀ। ਰਚਨਾ ਛਪਦੀਆਂ ਨਹੀਂ ਸੀ ਜਦੋਂ ਅਨਮੈਰਿਡ ਸੀ, ਨਹੀਂ, ਕਿਤੇ ਅਖਬਾਰਾਂ ਦੀ ਸਭ ਤੋਂ ਪਹਿਲਾਂ ਰਚਨਾ ਮੇਰੀ ਛਪੀ ਸੀ ਪੰਜਾਬੀ ਜਾਗਰਣ ਚ, ਉਹ ਸੀ ਛੋਟੇ ਛੋਟੇ ਸ਼ੇਅਰ, ਦੋ ਦੋ ਲਾਈਨਸ ਦੇ। ਉਸ ਤੋਂ ਬਾਅਦ ਚ ਪ੍ਰੀਤ ਲੜੀ ਦੇ ਵਿੱਚ ਮੈਂ ਇੱਕ ਵਾਰ ਭੇਜਿਆ, ਉੱਥੇ ਉਹਨਾਂ ਨੇ ਮੈਨੂੰ ਕਾਫੀ ਹੌਸਲਾ ਅਫਜ਼ਾਈ ਕੀਤੀ, ਉੱਥੇ ਛਪੀ। ਤੇ ਜਦੋਂ ਮੈਂ ਬੀਐਡ ਕਰ ਰਹੀ ਸੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮੇਰੀ ਮੈਗਜ਼ੀਨ ਚ ਇੱਕ ਪੋਇਮ ਪਬਲਿਸ਼ ਹੋਈ ਸੀ, ਤੇ ਉੱਥੇ ਉਹਨਾਂ ਨੇ ਬੁਲਾ ਕੇ ਇਨਵਾਈਟ ਕੀਤਾ ਸੀ ਮੈਨੂੰ। ਉਸ ਟਾਈਮ ਮੇਰਾ ਬੇਟਾ ਬੜਾ ਛੋਟਾ ਸੀ, 1.25 ਮਹੀਨੇ ਦਾ ਸੀ। ਉਸ ਟਾਈਮ ਉੱਥੇ ਇਨਵਾਈਟ ਕੀਤਾ ਉਹਨਾਂ ਨੇ, ਮੱਧ ਵਰਗੀ ਇਨਸਾਨ ਮੇਰੀ ਉਹ ਕਵਿਤਾ ਛਪੀ ਸੀ, ਔਰ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਫਿਰ ਹੌਲੀ ਹੌਲੀ ਪ੍ਰੀਤ ਲੜੀ ਦੇ ਵਿੱਚ ਮੇਰੀ ਜ਼ਿਆਦਾ ਛਪਦੀ ਰਹੀ ਰਚਨਾਵਾਂ। ਫਿਰ ਮੈਗਜ਼ੀਨ ਜਿਹੜੇ ਅਲੱਗ ਮੈਗਜ਼ੀਨ ਸੀ ਉਹਦੇ ਵਿੱਚ ਛਪਣ ਲੱਗੀਆਂ। ਬਸ ਹੌਲੀ ਹੌਲੀ ਹੌਸਲਾ ਵੱਧਦਾ ਗਿਆ ਤੇ ਲਿਖਣ ਵੱਲ ਪ੍ਰੇਰਨਾ ਮਿਲਦੀ ਗਈ। ਤੇ ਜਦੋਂ ਕਿਤੇ ਨਹੀਂ ਵਸ ਚੱਲਦਾ, ਫਿਰ ਉਦੋਂ ਕਲਮ ਤੇ ਕਾਗਜ਼ ਜਿਹੜੇ ਆ ਸਹਾਰਾ ਬਣ ਜਾਂਦੇ। ਜੀ, ਤੇ ਇਹ ਬਹੁਤ ਸੋਹਣਾ ਸਹਾਰਾ। ਦੁਨੀਆ ਦੇ ਹੋਰ ਸਹਾਰੇ ਸਾਡਾ ਸਾਥ ਭਾਵੇਂ ਛੱਡ ਦੇਣ, ਪਰ ਕਲਮ ਕਦੇ ਨਹੀਂ ਛੱਡਦੀ। ਸ਼ਬਦਾਂ ਦੇ ਵਿੱਚ ਅਸੀਂ ਆਪਣੇ ਮਨ ਦੇ ਭਾਵ ਜਿਹੜੇ ਜਦੋਂ ਪਰੋਨੇ ਆ ਤਾਂ ਸਾਡਾ ਮਨ ਵੀ ਹੌਲਾ ਹੋ ਜਾਂਦਾ ਤੇ ਅਸੀਂ ਆਪਣੀ ਗੱਲ ਵੀ ਕਹਿ ਦਿੰਦੇ। ਤੇ ਸ਼ਾਇਦ ਨੈਟਵਰਕ 'ਚ ਪ੍ਰੋਬਲਮ ਆ ਗਈ ਹੈ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਰਜਨੀ ਜੀ ਨੂੰ ਆਪਣੀ ਗੱਲ ਜਿਹੜੀ ਸੁਣਾਈ ਨਹੀਂ ਦੇ ਰਹੀ ਹੈ। ਸੀਮਾ ਭਾਟੀਆ ਜੀ, ਸੁਰਿੰਦਰ ਧਨੋਤਾ ਜੀ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਵਾਸਤੇ। ਸੁਖਵਿੰਦਰ ਸਿੰਘ ਜੀ, ਸੁਰਜੀਤ ਧਾਮੀ ਜੀ, ਤੇ ਦੁਬਾਰਾ ਅਸੀਂ ਜੋੜਦੇ ਆ ਸਾਡੇ ਨਾਲ। ਉਹਨਾਂ ਨੂੰ ਦਰਅਸਲ ਹੋ ਜਾਂਦਾ ਨੈਟਵਰਕ 'ਚ ਕਦੇ ਕਦੇ ਪ੍ਰੋਬਲਮ ਆ ਜਾਂਦੀ ਹੈ, ਤੇ ਇੰਨਾ ਵੱਡਾ ਇਸ਼ੂ ਨਹੀਂ ਹੈ, ਤੇ ਦੁਬਾਰਾ ਜੋੜਦੇ ਆ ਉਹਨਾਂ ਨੂੰ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਜੁੜਨ ਵਾਸਤੇ। ਤੇ ਦੁਬਾਰਾ ਜਦੋਂ ਆਉਂਦੇ ਨੇ ਮੈਨੂੰ ਸ਼ੋਅ ਹੋ ਜਾਣਗੇ। ਸੁਨੀਲ ਸਚਦੇਵਾ ਜੀ, ਸੁਰਿੰਦਰ ਧਨੋਤਾ ਜੀ, ਕਮਲ ਮੋਦੀ ਜੀ, ਸੀਮਾ ਭਾਟੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਨੇਹਾ ਅਰੁਣ ਜੀ ਸਾਡੇ ਨਾਲ ਜੁੜੇ ਨੇ, ਨਿਰਮਲ ਪੱਤੋ ਜੀ, ਗੁਰਦੀਪ ਮਾਨ ਜੀ, ਗੁਰਜੀਤ ਸਿੰਘ ਸਿੱਧੂ ਜੀ, ਸੁਨੀਲ ਸਚਦੇਵਾ ਜੀ, ਨਮਸਕਾਰ ਜੀ, ਨਮਸਕਾਰ। ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਵਾਸਤੇ ਤੁਹਾਡਾ। ਬਲਦੇਵ ਸਿੰਘ ਚੱਜ ਜੀ ਸਾਡੇ ਨਾਲ ਜੁੜੇ ਨੇ, ਜੋਗਿੰਦਰਪਾਲ ਜੀ, ਹਰਮੀਤ ਵਿਦਿਆਰਥੀ ਜੀ, ਬਨਵਾਰੀ ਸਹਾਰਨ ਜੀ, ਜੀ ਜੀ ਬਹੁਤ ਸ਼ੁਕਰੀਆ। ਤੇ ਹਾਲੇ ਤੱਕ ਸਾਡੇ ਨਾਲ ਦੁਬਾਰਾ ਨਹੀਂ ਜੁੜੇ, ਰਜਨੀ ਜੀ ਆ ਗਏ ਨੇ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਭੇਜਦੇ ਹਾਂ ਉਨੀ ਦੇ। ਤੇ ਬਾਸਰਾ ਸਾਹਿਬ ਜੀ ਸਾਡੇ ਨਾਲ ਜੁੜ ਗਏ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜੀ ਜੀ ਕੋਈ ਗੱਲ ਨਹੀਂ, ਹੋ ਜਾਂਦਾ ਨੈਟਵਰਕ ਇਸ਼ੂ, ਅਕਸਰ ਆ ਜਾਂਦਾ ਲਾਈਵ ਪ੍ਰੋਗਰਾਮ ਦੇ ਵਿੱਚ। ਕੰਮ ਹੀ ਬੰਦ ਹੋ ਗਿਆ। ਹਾਂ, ਆਪਾਂ ਗੱਲ ਕਰ ਰਹੇ ਸੀ ਵੀ ਤੁਸੀਂ ਕਿਹਾ ਸੀ ਕਿ ਮਨ ਦੇ ਜਿਹੜੇ ਭਾਵ ਸੀ ਉਹਨਾਂ ਨੂੰ ਲਿਖ ਕੇ ਮੈਂ ਹਾਂ ਬਿਲਕੁਲ ਬਿਲਕੁਲ। ਜਦੋਂ ਅਸੀਂ ਆਸ-ਪਾਸ ਕੁਛ ਵੀ ਦੇਖਦੇ ਹਾਂ, ਆਪਣੇ ਘਟਨਾਵਾਂ ਵਾਪਰਦੀਆਂ ਜਾਂ ਕੁਛ ਵੀ ਇਹੋ ਜਿਹਾ ਸੰਸਾਰ 'ਚ ਹੁੰਦਿਆ, ਤੇ ਜੇ ਅਸੀਂ ਆਪਣੀ ਕਲਮ ਨਾਲ ਸ਼ਬਦਾਂ 'ਚ ਪਰੋਨੇ, ਆਪਣਾ ਮਨ ਹਲਕਾ ਹੋ ਜਾਂਦਾ ਤੇ ਆਪਣੀ ਗੱਲ ਵੀ ਕਹਿ ਦਿੰਦੇ ਹਾਂ। ਤੇ ਜੇ ਅਸੀਂ ਤੁਹਾਡੀ ਰਚਨਾ ਵੱਲ ਆਈਏ ਤਾਂ ਸਭ ਤੋਂ ਪਹਿਲਾਂ ਕਿਹੜੀ ਰਚਨਾ ਸਾਨੂੰ ਤੁਸੀਂ ਸੁਣਾ ਰਹੇ? ਗੱਲਾਂ ਬਾਤਾਂ ਆਪਾਂ ਕਰਦੇ ਰਹਿਣੀ। ਸਭ ਤੋਂ ਪਹਿਲਾਂ ਤਾਂ ਮੇਰੀ ਰਚਨਾ ਛਪੀ ਸੀ ਪ੍ਰੀਤ ਲੜੀ ਦੇ ਵਿੱਚ। ਉਹ ਮੈਂ ਆਪਣੇ ਬੇਟੇ ਨੂੰ ਕੈਚ ਛੱਡ ਕੇ ਜਾਂਦੀ ਸੀ, ਤੇ ਇਹ ਬੜਾ ਰੋਂਦਾ ਸੀ ਤੇ ਮੈਂ ਵੀ ਸਾਰੇ ਰਸਤੇ ਰੋਂਦੀ ਜਾਂਦੀ ਸੀ। ਮੇਰੀ ਉਹ ਰਚਨਾ ਸੀ ਪਹਿਲੀ ਜਜ਼ਬਾਤੀ ਮਨ, ਪ੍ਰੀਤ ਲੜੀ ਛਪੀ ਸੀ। ਜੀ ਜੀ। ਤੇ ਇਹ ਆਪਣੇ ਹੀ ਭਾਵ ਸੀ ਬੱਚੇ ਨੂੰ ਲੈ ਕੇ, ਕਿ ਬੱਚਾ ਮਤਲਬ ਕਿੱਦਾਂ ਦਿਲ ਦੇ ਭਾਵ ਸਾਂਝੇ ਕਰਦਾ ਹੋਊ ਕਿ ਮੇਰੀ ਮਾਂ ਜਿਹੜੀ ਆ ਉਹ ਨੌਕਰੀ ਛੱਡ ਦੇਵੇ, ਜਾਂ ਉਹ ਕਹਿੰਦਾ ਹੁੰਦਾ ਸੀ ਕਿ ਮੇਰਾ ਮਤਲਬ ਮੈਂ ਉਹਨੂੰ ਟਾਈਮ ਘੱਟ ਦੇ ਪਾਉਂਦੀ ਆ। ਉਹਦੇ ਬਾਰੇ ਚ ਪਹਿਲੀ ਰਚਨਾ ਮੇਰੇ ਆਪਣੇ ਹੀ ਜਜ਼ਬਾਤਾਂ ਦੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਜਦੋਂ ਵੀ ਕੋਈ ਮੈਂ ਮਤਲਬ ਸਮਾਜਿਕ ਤੌਰ ਤੇ ਸਮਾਜ ਦੇ ਉੱਪਰ ਮੈਂ ਜ਼ਿਆਦਾ ਰਚਨਾਵਾਂ ਲਿਖੀਆਂ, ਔਰਤ ਦੇ ਉੱਪਰ ਜ਼ਿਆਦਾ ਰਚਨਾਵਾਂ ਲਿਖੀਆਂ। ਤੇ ਜਦੋਂ ਵੀ ਮਨ ਦੇ ਵਿੱਚ ਕੋਈ ਏਦਾਂ ਹੁੰਦਾ ਸੀ ਕਿ ਸਾਡੇ ਮੁਤਾਬਕ ਨਹੀਂ ਹੁੰਦਾ, ਜਾਂ ਕਹਿ ਲੈਂਦੇ ਆ ਕਿ ਖਾਸ ਕਰਕੇ ਆਪਾਂ ਕਹਿ ਤਾਂ ਲੈਂਦੇ ਆ ਕਿ ਔਰਤ ਬੜੀ ਅੱਗੇ ਚਲੇ ਗਈ ਆ, ਪਰ ਪਿੰਡਾਂ ਵਿੱਚ ਖਾਸ ਕਰਕੇ ਅਜੇ ਵੀ ਮਾਹੌਲ ਉਨਾ ਵਧੀਆ ਨਹੀਂ ਕਹਿ ਸਕਦੇ।
ਤੇ ਬਿਲਕੁਲ ਫਿਰ ਉਹ ਬਿਲਕੁਲ। ਜਿਹੜੇ ਆਪਣੇ ਜਜ਼ਬਾਤ ਆ ਉਹ ਕਾਗਜ਼ ਤੇ ਉਤਾਰ। ਹੂੰ। ਜੀ ਇਰਸ਼ਾਦ ਜੀ। ਅਸੀਂ ਰਚਨਾ ਸੁਣਾਂਗੇ ਤੁਹਾਡੇ ਤੋਂ ਹੁਣ, ਕੋਈ ਨਾ ਕੋਈ ਰਚਨਾ ਸਾਡੇ ਨਾਲ ਸਾਂਝੀ। ਮੈਂ ਪਹਿਲੀ ਰਚਨਾ ਆਪਣੇ ਪਾਪਾ ਨੂੰ ਸਮਰਪਿਤ ਕਰਾਂਗੀ, ਕਿਉਂਕਿ ਉਹਨਾਂ ਦੇ ਕਰਕੇ ਮੈਂ ਅੱਜ ਜਿੱਥੇ ਵੀ ਪਹੁੰਚੀ ਹਾਂ, ਉਹਨਾਂ ਕਰਕੇ ਹੀ ਪਹੁੰਚੀ ਹਾਂ। ਉਹਨਾਂ ਹੂੰ ਨੇ ਬਹੁਤ ਕੁਝ, ਉਹਨਾਂ ਦੇ ਵੀ ਹਾਲਾਤ ਬਸ ਦੇ ਵਿੱਚ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਤੇ ਉਹਨਾਂ ਦੇ ਜੀ ਸਾਥ ਕਰਕੇ ਹੀ ਮੈਂ ਜਿੱਥੇ ਤੱਕ ਹਾਂ। ਸੋ ਪਹਿਲੀ ਬਿਲਕੁਲ। ਰਚਨਾ ਮੈਂ ਆਪਣੇ ਪਾਪਾ ਨੂੰ ਸਮਰਪਿਤ ਹੂੰ ਕਰਾਂਗੀ। ਜੀ ਇਰਸ਼ਾਦ। ਤੇ ਆਈ ਬਾਪੂ ਤੇਰੇ ਕਰਕੇ, ਅਮੜੀ ਨੇ ਪਾਲਿਆ ਸੀ ਮਾਰ ਮਾਰ ਕੇ। ਦੁਨੀਆ ਤੇ ਆਈ ਬਾਪੂ ਤੇਰੇ ਕਰਕੇ, ਅੰਬੜੀ ਨੇ ਪਾਲਿਆ ਸੀ ਮਾਰ ਮਾਰ ਕੇ। ਨਿੱਕੇ ਨਿੱਕੇ ਸ਼ੌਕ ਮੇਰੇ ਪੂਰੇ ਕਰਤੇ, ਮੇਰੇ ਖਾਲੀ ਕਾਸੇ ਵਿੱਚ ਮੋਤੀ ਭਰਤੇ। ਤੁਰ ਗਿਓ ਆਵਾਜ਼ਾਂ ਮਾਣ ਮੱਤਿਆ, ਤੁਰ ਗਿਓ ਮਾਰਦਾ ਆਵਾਜ਼ਾਂ ਮਾਣ ਮੱਤਿਆ। ਹੁਣ ਕੀ ਮੈਂ ਕਰਾਂਗੀ ਹੁੰਗਾਰ ਭਰ ਕੇ, ਦੁਨੀਆ ਤੇ ਆਈ ਬਾਪੂ ਤੇਰੇ ਕਰਕੇ, ਅਮੜੀ ਨੇ ਪਾਲਿਆ ਸੀ ਮਾਰ ਮਾਰ ਕੇ। ਵਾਹ। ਕੀਤਾ ਹਰ ਖੁਸ਼ੀ ਸਾਡੇ ਉੱਤੋਂ ਵਾਰਤੀ, ਸਾਡੀ ਰੋਟੀ ਟੁੱਕ ਲਈ ਤੋਂ ਜ਼ਿੰਦਗੀ ਗੁਜ਼ਾਰਤੀ। ਆਪਣੀ ਤਾਂ ਹਰ ਖੁਸ਼ੀ ਸਾਡੇ ਉੱਤੋਂ ਵਾਰਤੀ, ਸਾਡੀ ਰੋਟੀ ਟੁੱਕ ਲਈ ਤੋਂ ਜ਼ਿੰਦਗੀ ਗੁਜ਼ਾਰਤੀ। ਲੱਖਾਂ ਦੁੱਖ ਸਹਿ ਕੇ ਸਾਨੂੰ ਮਿਹਨਤਾਂ ਨਾ ਪਾਲਿਆ, ਚੰਦਰੇ ਜਹਾਨ ਤੋਂ ਵੀ ਸਾਨੂੰ ਤੂੰ ਬਚਾ ਲਿਆ। ਕਿਆ ਬਾਤ ਹੈ। ਸਦਰਾਂ ਦਾ ਗਲਾ ਘੁੱਟ ਘੁੱਟ, ਆਪਣੀਆਂ ਸਦਰਾਂ ਦਾ ਗਲਾ ਘੁੱਟ ਘੁੱਟ, ਦੱਸ ਦਿੱਤਾ ਸਾਨੂੰ ਕਿਵੇਂ ਦੁੱਖ ਸੁੱਖ ਜਰਨੇ। ਵਾਹ। ਦੁਨੀਆ ਤੇ ਆਈ ਬਾਪੂ ਤੇਰੇ ਕਰਕੇ, ਦੁਨੀਆ ਤੇ ਆਈ ਬਾਪੂ ਤੇਰੇ ਕਰਕੇ, ਅਮੜੀ ਨੇ ਪਾਲਿਆ ਸੀ ਮਾਰ ਮਾਰ ਕੇ। ਕਿਆ ਬਾਤ। ਦਇਆ ਤਿਆਗ ਸਭ ਤੇਰੇ ਕੋਲੋਂ ਸਿੱਖਿਆ, ਮਿਲਣਾ ਓ ਜੋ ਮੁਕੱਦਰਾਂ ਚ ਲਿਖਿਆ। ਆਹਾ। ਹਰ ਕੰਮ ਕਰਨ ਦਾ ਵੱਲ ਤੇ ਤੋਂ ਜਾਣਿਆ, ਹਰ ਕੰਮ ਕਰਨ ਦਾ ਵੱਲ ਤੇ ਤੋਂ ਜਾਣਿਆ। ਤੇਰੀਆਂ ਦੁਆਵਾਂ ਦੇ ਸਿਰ ਸੁਖ ਮਾਣਿਆ। ਕਿਆ ਬਾਤ। ਹਰ ਗੱਲ ਦੱਸੀ ਪਰ ਇਹ ਨਾ ਦੱਸਿਆ, ਹਰ ਗੱਲ ਦੱਸੀ ਪਰ ਇਹ ਨਾ ਦੱਸਿਆ, ਕਿਵੇਂ ਬਿਨਾ ਤੇਰੇ ਰਜਨੀ ਨੇ ਸਾਹ ਭਰਨੇ। ਦੁਨੀਆ ਤੇ ਬਾਪੂ ਤੇਰੇ ਕਰਕੇ, ਅਮੜੀ ਨੇ ਪਾਲਿਆ ਸੀ ਮਾਰ ਮਾਰ ਕੇ, ਅਮੜੀ ਨੇ ਪਾਲਿਆ ਸੀ ਮਾਰ ਮਾਰ ਕੇ। ਵਾਹ ਸ਼ੁਕਰੀਆ ਜੀ। ਵਾਹ। ਕਿਆ ਬਾਤ, ਕਿਆ ਬਾਤ ਹੈ। ਬਹੁਤ ਕਮਾਲ ਦੇ ਅਹਿਸਾਸ ਤੁਹਾਡੇ ਗੀਤ ਤੇ ਆਵਾਜ਼ ਬੜੀ ਪਿਆਰੀ ਹੈ ਤੁਹਾਡੀ। ਤੇ ਸ਼ੁਕਰੀਆ। ਸਾਡੇ ਨਾਲ ਕੁਲਵੰਤ ਕੌਰ ਸੁਖੀ ਜੀ ਜੁੜੇ ਹੋਏ ਨੇ ਤੇ ਉਹ ਕਹਿੰਦੇ ਮਿਸ ਟੂ ਪਾਪਾ। ਬਿਲਕੁਲ, ਪਾਪਾ ਨੂੰ ਤਾਂ ਮਿਸ ਕਰਦੇ ਆ, ਮੈਂ ਵੀ ਮਿਸ ਕਰਦੀ ਆ, ਹਨਾ। ਤੁਸੀਂ ਵੀ ਕਰਦੇ ਹੋ। ਕੁਲਵੰਤ ਜੀ ਤੇ ਪਾਪਾ ਵੀ ਨਹੀਂ ਆਂਗੇ ਤਾਂ ਸਾਨੂੰ ਇਹ ਘਾਟ ਰੜਕਦੀ ਰਹਿੰਦੀ ਹੈ ਜ਼ਿੰਦਗੀ ਭਰ, ਹਨਾ। ਬਿਲਕੁਲ ਤੇ ਜੀ, ਚਲੋ ਮਾਪਿਆਂ ਦੀ ਦੇ ਵਿੱਚ ਨਹੀਂ ਹੋਈ। ਬਿਲਕੁਲ, ਹੋਰ ਗੱਲਾਂ ਕੀਤੀਆਂ ਤਾਂ ਮੈਂ ਵੀ ਇਮੋਸ਼ਨਲ ਹੋ ਜਾਣਾ ਇਸ ਤੇ ਵਿਸ਼ੇ ਤੇ ਚਲੋ ਆਪਾਂ ਨੂੰ ਕਲਮ ਵਰਗਾ ਸੋਹਣਾ ਤੋਹਫਾ ਮਿਲਿਆ ਤੇ ਜਿਹਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਲਿਖ ਕੇ ਕੱਢ ਦਿੰਦੇ ਆ। ਤੇ ਇਹ ਸੋਚੋ ਜਿਨ੍ਹਾਂ ਕੋਲ ਕਲਮ ਨਹੀਂ ਆ ਤੇ ਉਹਨਾਂ ਦਾ ਕੀ ਹਾਲ ਹੋਊਗਾ, ਹਨਾ। ਕਿਉਂਕਿ ਆਪਾਂ ਤਾਂ ਸਾਰਾ ਕੁਝ ਲਿਖ ਦਿੰਨੇ ਹਾਂਜੀ। ਆ ਔਰ ਸੁਣਾ ਦਿੰਨੇ ਆ, ਅਖਬਾਰਾਂ 'ਚ ਭੇਜ ਦਿੰਨੇ ਆ, ਹਨਾ। ਤੇ ਆਪਣਾ ਮਨ ਦਾ ਹਾਲ ਸਾਰਾ। ਤੇ ਪਰ ਜਿਨ੍ਹਾਂ ਕੋਲ ਕਲਮ ਨਹੀਂ ਆ ਤੇ ਉਹ ਵੀ ਇਹ ਦੁੱਖ ਝੱਲਦੇ ਨੇ, ਹਨਾ। ਉਹਨਾਂ ਕੋਲ ਸ਼ਾਇਦ ਆਪਣੇ ਨਾਲੋਂ ਦੁੱਗਣਾ ਦੁੱਖ ਹੁੰਦਾ ਹੈ। ਇਹ ਦੁੱਖ ਜਿਹੜਾ ਆ ਇਹਨੂੰ ਸਾਂਝਾ ਕਰਨਾ ਬਹੁਤ, ਮਤਲਬ ਇਹ ਦੁਖਦਾਈ ਪਲ ਜਿਹੜੇ ਆ ਇਹਨਾਂ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੈ। ਬਿਲਕੁਲ ਬਿਲਕੁਲ, ਉਮਰ ਭਰ ਕਿਤੇ ਨਾ ਕਿਤੇ ਦਿਲ ਦੇ ਕੋਨੇ 'ਚ ਇੱਕ ਟੀਸ ਉੱਠਦੀ ਰਹਿੰਦੀ ਹੈ। ਹਾਂਜੀ। ਹਾਂ।
ਇਹ ਬਹੁਤ ਸਾਰੇ ਜਿਹੜੀ ਤੁਹਾਡੀਆਂ ਰਚਨਾਵਾਂ ਛਪੀਆਂ ਅਖਬਾਰਾਂ ਦੇ ਵਿੱਚ ਵੀ, ਤੇ ਜੇ ਅਸੀਂ ਕਿਤਾਬਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਤਾਬਾਂ ਜੀ 'ਚ ਤੁਹਾਡੀਆਂ ਰਚਨਾਵਾਂ ਛਪੀਆਂ? ਤੁਹਾਡਾ ਆਪਣਾ ਵੀ ਮੇਰਾ ਕੋਈ ਕਾਵਿ ਹੈ? ਹਾਂਜੀ, ਮੇਰਾ ਪਿਛਲੇ ਸਾਲ ਹੀ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਕਾਵਿ ਸੰਗ੍ਰਹਿ ਹੂੰ ਹੂੰ ਦਰਸ਼ਕਾਂ ਦੀ ਝੋਲੀ ਪਿਆ, ਤੇ ਹੂੰ ਇਹ ਵੀ ਮੇਰੇ ਪਾਪਾ ਦੀ ਇੱਛਾ ਸੀ, ਉਹਨਾਂ ਦੇ ਜਿਉਂਦੇ ਜੀ ਮੈਂ ਪੂਰੀ ਨਹੀਂ ਕਰ ਸਕੀ। ਹੂੰ ਕਵਿਤਾਵਾਂ ਸੰਗ੍ਰਹਿ ਹੈ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ। ਇਸ ਤੋਂ ਪਹਿਲਾਂ ਮੇਰੇ 5 ਸਾਂਝਾ ਕਾਵਿ ਸੰਗ੍ਰਹਿ ਹਿੰਦੀ ਦੇ ਵਿੱਚ ਛਪੇ, ਕਿਉਂਕਿ ਹਿੰਦੀ ਦੇ ਵਿੱਚ ਮੈਨੂੰ ਇੰਟਰਸਟ ਸੀ ਤੇ ਸ਼ੁਰੂਆਤ ਮੈਂ ਹਿੰਦੀ ਤੋਂ ਹੀ ਲਿਖਣ ਵਿੱਚ ਕੀਤੀ ਸੀ। ਹੁਣ 5 ਤੁਸੀਂ ਸਾਂਝਾ ਆਪਣੀ ਸੀ ਤੇ ਵੀ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਮੇਰਾ ਦਰਸ਼ਕਾਂ ਦੀ ਝੋਲੀ ਪੈ ਚੁੱਕਾ ਹੈ, ਤੇ ਹੂੰ 3 ਹੂੰ ਕਿਤਾਬਾਂ ਜਿਹੜੀਆਂ ਉਹ ਤਿਆਰ ਨੇ ਤਕਰੀਬਨ। ਉਮੀਦ ਕਰਦੀ ਹੂੰ ਹਾਂ ਕਿ ਇਸ ਸਾਲ ਦੇ ਅਖੀਰ ਵਿੱਚ ਉਹ ਵੀ ਦਰਸ਼ਕਾਂ ਦੇ ਹੱਥਾਂ ਵਿੱਚ ਦੇ ਪਾਵਾਂਗੀ। ਤੇ ਜੀ ਕਵਿਤਾਵਾਂ ਤੋਂ ਬਿਨਾਂ ਵਾਰਤਕ ਤੇ ਕਹਾਣੀ ਜਿਹੜੀ ਆ ਮੈਂ ਉਹਦੀ ਵੀ ਕਿਤਾਬ ਜਿਹੜੀ ਆ ਉਹਦੀ ਵੀ ਤਿਆਰੀ ਕਰ ਰਹੀ ਹਾਂ, ਕਿਉਂਕਿ ਵਾਰਤਕ ਖਾਸ ਤੌਰ ਤੇ ਲਿਖਣਾ ਵੀ ਮੇਰਾ ਇੱਕ ਸ਼ੌਂਕ ਰਿਹਾ ਆ। ਹੂੰ ਉਹਨਾਂ ਦੇ ਨੈਟਵਰਕ 'ਚ ਪ੍ਰੋਬਲਮ ਹੋ ਜਾਂਦੀ ਹੈ, ਚਲੋ ਦੁਬਾਰਾ ਜੋੜ ਲੈਂਦੇ ਆ। ਤੇ ਡਾਕਟਰ ਨੀਨਾ ਸੈਣੀ ਜੀ ਸਾਡੇ ਨਾਲ ਜੁੜ ਗਏ ਨੇ। ਸਤਵੰਤ ਸੁਖੀ ਜੀ, ਬਹੁਤ ਦਿਨਾਂ ਬਾਅਦ ਤੁਸੀਂ ਲਾਈਵ ਪ੍ਰੋਗਰਾਮ 'ਚ ਹਾਜ਼ਰੀ ਲਵਾਈ ਆ। ਗੁੰਮ ਹੀ ਹੋ ਗਏ ਹੋ। ਤੇ ਅੱਜ ਕੱਲ ਇਹ ਵੀ ਆ ਕਿ ਬੱਚਿਆਂ ਦੀਆਂ ਲਾਈਵ ਕਲਾਸਾਂ ਚੱਲ ਰਹੀਆਂ, ਤੇ ਮਾਤਾ ਪਿਤਾ ਨੂੰ ਉਹ ਵੀ ਦੇਖਣਾ ਪੈਂਦਾ, ਤੇ ਫਿਰ ਨੈਟ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ। ਤੇ ਬਹੁਤ ਸ਼ੁਕਰੀਆ ਸਾਰਿਆਂ ਦਾ ਨਾਲ ਜੁੜਨ ਵਾਸਤੇ। ਤੇ ਰਜਨੀ ਜੀ ਨੂੰ ਦੁਬਾਰਾ ਆਪਾਂ ਨਾਲ ਜੋੜਦੇ ਹਾਂ, ਕਿਉਂਕਿ ਨੈਟਵਰਕ ਇਸ਼ੂ ਅਕਸਰ ਹੋ ਜਾਂਦਾ, ਤੇ ਕੋਈ ਗੱਲ ਨਹੀਂ ਆ। ਬਹੁਤ ਸ਼ੁਕਰੀਆ ਜੀ ਇਸ ਪ੍ਰੋਗਰਾਮ ਨੂੰ ਧੀਰਜ ਵਾਲੀ ਹੋਏ ਨੇ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਪ੍ਰੋਗਰਾਮ ਨੂੰ ਸਮਾਂ ਦੇਣ ਵਾਸਤੇ। ਜੀ ਸਾਡੇ ਨਾਲ ਜੁੜ ਗਏ ਆ, ਸ਼ਾਇਦ ਆਵਾਜ਼ ਨਹੀਂ ਸੁਣ ਪਾ ਰਹੇ ਰਜਨੀ ਜੀ। ਹੈਲੋ, ਹਾਂਜੀ ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਹੁਣ ਆ ਰਹੀ ਆ, ਵਿੱਚ ਛੱਡ ਕੇ। ਜੀ ਜੀ ਜੀ। ਤੇ ਹਿੰਦੀ ਰਚਨਾ ਕੋਈ ਸਾਡੇ ਨਾਲ ਸਾਂਝੀ ਕਰੋ ਤੁਸੀਂ। ਹਾਂਜੀ ਜ਼ਰੂਰ ਜੀ। ਜੀ ਹਿੰਦੀ ਕਿਤਾਬ ਅਣਕਹੇ ਜਜ਼ਬਾਤ ਦੇ ਵਿੱਚ ਛਪੀਆਂ ਮੇਰੀਆਂ ਕੁਝ ਰਚਨਾਵਾਂ, ਜਿਨ੍ਹਾਂ ਦੇ ਵਿੱਚੋਂ ਹੂੰ ਕਵਿਤਾ ਹੈ ਕਾਸ਼ की दुनिया ऐसी हो। कोई ਹੂੰ दर्द ਜੀ ना हो, गम ना हो, हम्म कोई दर्द हो कोई गम ना हो, खुशियों का खजाना कम ना हो, कोई आंख किसी की नम ना हो, कोई तन्हाई में मुझे छोड़े ना, कोई साथ का तोड़े ना स्वार्थ ना खुद गर्जी हो, बस प्यार की नदी में बहती हो, काश की दुनिया ऐसी हो, काश की दुनिया ऐसी हो। कोई क्या जुड़ते बात है। घर को तोड़े ना, हम्म कोई जुड़ते को तोड़े ना, कोई कर ले हेरा फेरी ना, सब हंसते हों हम्म सब गाते हों, खुशियों के जश्न मनाते हों, बस प्यार की नदियां बहती हों, काश की दुनिया क्या ऐसी हो, काश की दुनिया। क्या बात है, क्या बात। जी ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਹਾਂਜੀ ਹਾਂਜੀ ਜੀ ਜੀ ਜੀ। ਤੇ ਮੈਂ ਤੁਹਾਡੀਆਂ ਸਾਰੀਆਂ ਹੀ ਰਚਨਾਵਾਂ ਤੁਸੀਂ ਮੈਨੂੰ ਭੇਜੀਆਂ, ਉਹ ਵੀ ਬੜੀਆਂ ਕਮਾਲ ਦਾ ਲਿਖਦੇ ਹੋ, ਤੇ ਸਾਰੇ ਵੱਖਰੇ ਵੱਖਰੇ ਵਿਸ਼ੇ ਨੇ, ਅਲੱਗ ਤੋਂ ਤੁਸੀਂ ਲਿਖੀਆਂ ਨੇ ਰਚਨਾਵਾਂ। ਇੱਕ ਤੁਹਾਡੀ ਸਵਾਲਾਂ ਨੂੰ ਜਵਾਬ, ਇਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਜੇ ਕੋਲ ਹੈ ਤਾਂ ਸੁਣਾ ਦਿਓ, ਨਹੀਂ ਕੋਈ ਹੋਰ ਰਚਨਾ ਵੀ ਸੁਣਾ ਦਿਓ, ਕੋਈ ਗੱਲ। ਓਕੇ ਜੀ ਜੀ। ਉਸ ਤੋਂ ਪਹਿਲਾਂ ਮੈਂ ਉਹ ਮੈਂ ਬਾਅਦ ਚ ਸੁਣਾਨੀ ਆ, ਇੱਕ ਰਚਨਾ ਮਾਂ ਦੇ ਉੱਪਰ। ਹਾਂ ਜੀ, ਇਰਸ਼ਾਦ। ਮੇਰੀ ਪਾਪਾ ਨੂੰ ਸਮਰਪਿਤ ਸੀ, ਤੇ ਉਸ ਤੋਂ ਅਗਲੀ ਮਾਂ ਤੇ, ਉਸ ਤੋਂ ਬਾਅਦ ਦੇ ਵਿੱਚ ਮੈਂ ਸੁਣਾਨੀ। माँ बिना ताका भी टोकर खोले,
ਲੈਂਦੇ ਮਾਂ ਦੇ ਗੱਲ ਲੱਗ ਦੁੱਖ ਵੀ ਹੌਲੇ ਹੋ ਲੈਂਦੇ ਮਾਂ ਦੇ ਗੱਲ ਲੱਗ ਦੁੱਖ ਹੌਲੇ ਹੋ ਲੈਂਦੇ ਮਾਂ ਬਿਨਾ ਤਾਂ ਨੇ ਮਹਿਲ ਮੁਨਾਰੇ ਨੇ ਮਾਂ ਬਿਨਾ ਤਾਂ ਸੁਣ ਮਹਿਲ ਮੁਨਾਰੇ ਨੇ ਮਾਂ ਬਿਨਾ ਤਾਂ ਖਾਲੀ ਖਜ਼ਾਨੇ ਸਾਰੇ ਨੇ ਕਰਕੇ ਵਾਸਤ ਸ਼੍ਰੀ ਖਜ਼ਾਨੇ ਢੋ ਲੈਂਦੇ ਮਾਂ ਬਿਨਾ ਤਾਂ ਟੁੱਕਰ ਕੋ ਲੈਂਦੇ ਕੀ ਬਾਤ ਹੈ ਮਾਂ ਨਾਲ ਜਿਹੜੇ ਸੀਨੇ ਦੁੱਖ ਵੰਡਾ ਲੈਨੇ ਮਾਂ ਨਾਲ ਜਿਹੜੇ ਦੁੱਖ ਵੰਡਾ ਲੈਨ ਉਹ ਦੁੱਖ ਮਾਂ ਨੇ ਆਪਣੀ ਝੋਲੀ ਪਾ ਲੈਨੇ ਮਾਂ ਦੇ ਗੱਲ ਅਦ ਕੋਲੇ ਦਿਲ ਰੋ ਲੈਂਦੇ ਮਾਂ ਦੇ ਗੱਲ ਲੱਗ ਜਦ ਕੋਲੇ ਦਿਲ ਰੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੋਕਰ ਖੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੋਕਰ ਖੋ ਲੈਂਦੇ ਮਾਏ ਤੇਰੇ ਵਿੱਚ ਛਾਂਜੋ ਮਾਨੀ ਸੀ ਮਾਏ ਤੇਰੇ ਵੇੜੇ ਵਿੱਚ ਛਾਂਜੋ ਮਾਨੀ ਸੀ ਤੇਥੋਂ ਲਈਆਂ ਮੱਤਾਂ ਗੱਲ ਹਰ ਜਾਂਦੀ ਸੀ ਅਸੀਂ ਦੁੱਖ ਤੇਰੀਆਂ ਮੱਤਾਂ ਕਰਕੇ ਢੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੁੱਕਰ ਖੋ ਲੈਂਦੇ ਕੀ ਬਾਤ ਹੈ ਮਾਂ ਨਾ ਬਣਦੀ ਤਾਈ ਸ਼ਰੀਕ ਹੋਵੇ ਮਾਮੀ ਮਾਂ ਨਾ ਬਣਦੀ ਤਾਈ ਸ਼ਰੀਕ ਹੋਵੇ ਚਾਨਾ ਪੂਰਾ ਕਰਦੀ ਜਨਮ ਤਰੀਕ ਹੋਵੇ ਕੋਈ ਨਾ ਸਾਡਾ ਹੋਇਆ ਕਿਹੜਾ ਹੋ ਲੈਂਦੇ ਕੋਈ ਨਾ ਸਾਡਾ ਹੋਇਆ ਸੀ ਕਿਹੜਾ ਹੋ ਲੈਂਦੇ ਮਾਂ ਬਿਨਾ ਤਾਂ ਵੀ ਟੁੱਕਰ ਖੋ ਲੈਂਦੇ ਦੁੱਖ ਜੋਤੀ ਮਾਂ ਸਿੰਦੀ ਕੋਈ ਸਹਿੰਦਾ ਨਾ ਮਾਸੀਆਂ ਨੂੰ ਵੀ ਮਾਂ ਕਦੇ ਕੋਈ ਕਹਿੰਦਾ ਨਾ ਭਾਵੇਂ ਰਿਸ਼ਤੇ ਵੱਖੋ ਵੱਖਰਾ ਮੋ ਲੈਂਦੇ ਭਾਵੇਂ ਰਿਸ਼ਤੇ ਵੱਖੋ ਵੱਖਰਾ ਮੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੁੱਕਰ ਖੋ ਲੈਂਦੇ ਮਾਂ ਤੇ ਪੈਰਾਂ ਵਿੱਚ ਜੰਨਤ ਵਸਦੀ ਏ ਮਾਂ ਤੇਰੇ ਪੈਰਾਂ ਵਿੱਚ ਜੰਨਤ ਵਸਦੀ ਏ ਮਾਂ ਤੇਰੇ ਹੱਥਾਂ ਵਿੱਚ ਕੁਦਰਤ ਹੱਸਦੀ ਏ ਤਾਰ ਤੇਰੇ ਰਜਨੀ ਦੇ ਦਿਲ ਨੂੰ ਛੋ ਲੈਂਦੇ ਮਾਂ ਬਿਨਾ ਕਾਂ ਵੀ ਟੁੱਕਰ ਖੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੁੱਕਰ ਖੋ ਲੈਂਦੇ ਮਾਂ ਬਿਨਾ ਤਾਂ ਕਾਂ ਵੀ ਟੁੱਕਰ ਖੋ ਲੈਂਦੇ ਧੰਨਵਾਦ ਜੀ ਕੀ ਬਾਤ ਹੈ ਕਿੰਨੇ ਸੋਹਣੇ ਸ਼ਬਦ ਕਿੰਨੇ ਪਿਆਰੇ ਸ਼ਬਦ ਤੁਸੀਂ ਗੀਤ ਦੇ ਰਾਹੀਂ ਬਿਆਨ ਕੀਤੇ ਨੇ ਤੇ ਇੱਕ ਸੱਚ ਮਾਂ ਦੇ ਪ੍ਰਤੀ ਬਿਲਕੁਲ ਮਾਂ ਬਿਨਾ ਕੌਣ ਹੁੰਦਾ ਦੁਨੀਆ ਤੇ ਮਾਂ ਵਰਗਾ ਰਿਸ਼ਤਾ ਜਿਹੜਾ ਬਹੁਤ ਕਰੀਬੀ ਰਿਸ਼ਤਾ ਹੁੰਦਾ ਮਾਂ ਦਾ ਔਰ ਧੀਆਂ ਦੇ ਤਾਂ ਹੋਰ ਵੀ ਨੇੜੇ ਹੁੰਦੀਆਂ ਤੇ ਬਹੁਤ ਸੋਹਣਾ ਸਾਡੇ ਨਾਲ ਲਗਾਤਾਰ ਧੀਰਜ ਵਾਲੀਆ ਜੀ ਸੀਮਾ ਭਾਟੀਆ ਜੀ ਸੁਨੀਲ ਸਚਦੇਵਾ ਜੀ ਬਣੇ ਹੋਏ ਨੇ
ਤੇ ਮਨਦੀਪ ਸਿੰਘ ਜੀ ਸਾਡੇ ਨਾਲ ਬਣੇ ਹੋਏ ਨੇ, ਹਰਮੀਤ ਕੌਰ ਮੀਤ ਜੀ, ਸੋਨੀਆ ਵਾਲੀਆ ਜੀ, ਔਰ ਲਗਾਤਾਰ ਮੈਸੇਜ ਆ ਰਹੇ ਨੇ ਸਾਰਿਆਂ ਦੇ। ਸਾਰੇ ਮੈਸੇਜ ਨਹੀਂ ਪੜ ਸਕਦੇ ਪਰ ਸਾਰਿਆਂ ਦਾ ਦਿਲ ਤੋਂ ਸ਼ੁਕਰੀਆ ਪ੍ਰੋਗਰਾਮ 'ਚ ਸਾਥ ਦੇਣ ਵਾਸਤੇ, ਹੌਸਲਾ ਅਫਜਾਈ ਕਰਨ ਵਾਸਤੇ। ਹਰਵੰਸ ਸਿੰਘ ਬਰਾੜ ਜੀ ਸਾਡੇ ਨਾਲ ਜੁੜ ਗਏ ਨੇ, ਸਤਪਾਲ ਸਿੰਘ ਕੋਸਾ ਜੀ ਸਾਡੇ ਨਾਲ ਬਣੇ ਹੋਏ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਤਰਸੇਮ ਨਰੂਲਾ ਜੀ ਸਾਡੇ ਨਾਲ ਬਣ ਗਏ ਨੇ। ਬਿਲਕੁਲ ਜੀ, ਕਹਿੰਦੇ ਮਾਂ ਬਾਰੇ ਜਿਹੜਾ ਬਹੁਤ ਵਧੀਆ ਆਵਾਜ਼ ਤੁਸੀਂ ਆਪਣੀ ਰਚਨਾ ਪੇਸ਼ ਕੀਤੀ ਹੈ, ਬਹੁਤ ਸੋਹਣੀ, ਬਹੁਤ ਹੀ ਕਮਾਲ ਦੀ ਰਚਨਾ। ਤੇ ਜੇ ਮਾਨਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਕਿਸ ਕਿਸ ਦਾ ਤੁਸੀਂ ਜ਼ਿਕਰ ਕਰਨਾ ਚਾਹੋ? ਸਭ ਤੋਂ ਵੱਡਾ ਤਾਂ ਮਾਨ ਸਨਮਾਨ ਹੁੰਦਾ ਆ ਜਦੋਂ ਅਸੀਂ ਆਪਣੀ ਆਵਾਜ਼ ਜੋ ਜਨਤਾ ਤੱਕ ਪਹੁੰਚਾਈਏ ਤੇ ਉੱਥੋਂ ਡਿਮਾਂਡ ਆਵੇ ਕਿ ਇਹ ਕਵਿਤਾ ਜਾਂ ਇਹ ਸਤਰਾਂ ਜਿਹੜੀਆਂ ਦੁਬਾਰਾ ਦੁਹਰਾਈਆਂ ਜਾਣ। ਤੇ ਇਸ ਤੋਂ ਸਭ ਤੋਂ ਵੱਡਾ ਇਨਾਮ ਮਿਲਿਆ ਸੀ ਮੈਨੂੰ ਯੂਨੀਵਰਸਿਟੀ ਚੰਡੀਗੜ੍ਹ ਦੀ ਸਟੇਜ ਉੱਪਰ, ਉਸੇ ਨੂੰ ਲੈ ਕੇ। ਤੇ ਉਹ ਇਨਾਮ ਮੈਂ ਆਪਣੇ 1.25 ਮਹੀਨੇ ਦੇ ਬੇਟੇ ਨੂੰ ਪਕੜਾਇਆ ਸੀ, ਕਿਉਂਕਿ ਉਹਨਾਂ ਨੇ ਸਟੇਜ ਤੋਂ ਅਨਾਉਂਸ ਕਰਵਾਇਆ ਸੀ ਕਿ ਤੁਹਾਡੀ ਖੁਆਇਸ਼ ਕੀ ਹੈ। ਤੇ ਮੇਰੀ ਖੁਆਇਸ਼ ਇਹ ਸੀ ਕਿ ਇੰਨਾ ਛੋਟਾ ਬੱਚਾ ਲੈ ਕੇ ਮੈਂ ਉੱਥੇ ਪਹੁੰਚੀ ਹਾਂ, ਤੇ ਉਹਨਾਂ ਨੇ ਫਿਰ ਸਟੇਜ ਤੇ ਬੁਲਾ ਕੇ ਉਹ ਸਾਨੂੰ ਸਮੇਤ ਪਰਿਵਾਰ ਉਹ ਇਨਾਮ ਦਿੱਤਾ ਸੀ। ਮੇਰੇ ਲਈ ਉਹ ਬਹੁਤ ਖੁਸ਼ੀ ਦੇ ਪਲ ਸੀ ਕਿ ਹਾਂਜੀ ਬਿਲਕੁਲ ਉਹ ਖੁਸ਼ੀ ਦੇ ਪਲ ਹੁੰਦੇ ਜਦੋਂ ਅਸੀਂ ਆਪਣੇ ਕਰਕੇ ਸਾਡੇ ਇੱਕ ਪੂਰੇ ਪਰਿਵਾਰ ਨੂੰ ਉਹਨਾਂ ਨੇ ਮਾਨ ਸਨਮਾਨ ਦਿੱਤਾ। ਇਸ ਤੋਂ ਬਿਨਾਂ ਮੈਂ ਕੁਝ ਕਪੂਰਥਲੇ ਦੇ ਸੋਸ਼ਲ ਕਲੱਬ ਦੇ ਨਾਲ ਜੁੜੀ ਹੋਈ ਹਾਂ, ਜਿਹੜੇ ਸਮਾਜ ਸੇਵੀ ਸੰਸਥਾਵਾਂ ਗ੍ਰੀਨ ਪੈਸ਼ਨ ਕਲੱਬ ਆ, ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹੈ, ਤੇ ਉੱਥੇ ਸਮੇਂ-ਸਮੇਂ ਤੇ ਉਹ ਜੋ ਮਾਨ ਸਨਮਾਨ ਦਿੰਦੇ ਆ। ਉਸ ਤੋਂ ਬਿਨਾਂ ਬਾਬਾ ਬਕਾਲਾ ਸਾਹਿਬ ਚ ਉਹਨਾਂ ਨੇ ਮੈਨੂੰ ਵੂਮਨ ਡੇ ਤੇ ਸਨਮਾਨਿਤ ਕੀਤਾ ਸੀ। ਤੇ ਸਮੇਂ-ਸਮੇਂ ਤੇ ਜਿਹੜੀਆਂ ਸਾਹਿਤਿਕ ਸਭਾਵਾਂ ਆ ਉਹਨਾਂ ਦੇ ਵਿੱਚ ਬੁਲਾ ਕੇ ਸਨਮਾਨਿਤ ਕਰਨਾ। ਇਸ ਤੋਂ ਬਿਨਾਂ ਜਦੋਂ ਸਕੂਲਾਂ ਦੇ ਵਿੱਚ ਕਪੂਰਥਲੇ ਦੇ ਕਾਫੀ ਪ੍ਰਾਈਵੇਟ ਸਕੂਲਾਂ ਜਦੋਂ ਉਹ ਐਜ਼ ਅ ਚੀਫ ਗੈਸਟ ਇਨਵਾਈਟ ਕਰਦੇ ਆ ਤੁਹਾਡੀਆਂ ਰਚਨਾਵਾਂ ਦਾ ਕਰਕੇ ਜਾਂ ਤੁਹਾਡੇ ਸਾਹਿਤ ਦੇ ਖੇਤਰ ਦੇ ਨਾਲ ਜੁੜੇ ਹੋਣ ਕਰਕੇ, ਉਹ ਬੜਾ ਵੱਡਾ ਸਨਮਾਨ ਹੁੰਦਾ ਆ। ਕਪੂਰਥਲੇ ਦੇ ਕਾਫੀ ਲੋਕਲ ਸਕੂਲ ਆ ਜਿਹੜੇ ਜਿਨ੍ਹਾਂ ਦੇ ਵਿੱਚ ਨੁੱਕੜ ਨਾਟਕ ਜਾਂ ਕਹਾਣੀਆਂ ਜਾਂ ਪੋਇਟਰੀ ਦੇ ਲਈ ਉਹ ਜੱਜ ਦੇ ਤੌਰ ਤੇ ਬੁਲਾਉਂਦੇ ਆ, ਉਦੋਂ ਇੱਕ ਮਾਣ ਮਹਿਸੂਸ ਹੁੰਦਾ ਆ ਕਿ ਅਸੀਂ ਇਸ ਖੇਤਰ ਦੇ ਵਿੱਚ ਹਾਂ, ਸਾਡੇ ਲਈ ਸਨਮਾਨਜਨਕ ਗੱਲ ਹੈ। ਇਸ ਤੋਂ ਬਿਨਾਂ ਭਾਈ ਨਾਭਾ ਆਡੀਟੋਰੀਅਮ ਲੁਧਿਆਣਾ ਦੇ ਵਿੱਚ ਉਹਨਾਂ ਨੇ ਬੁਲਾ ਕੇ ਸਨਮਾਨਿਤ ਕੀਤਾ ਸੀ ਇਸੇ ਪੋਇਟਰੀ ਦੇ ਨਾਲ। ਤੇ ਸਮੇਂ-ਸਮੇਂ ਤੇ ਕੋਈ ਨਾ ਕੋਈ ਸਨਮਾਨਿਤ ਜਿਹੜੇ ਆ ਸਨਮਾਨ ਇਹ ਵਾਲੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਜਾਂ ਪਰਮਾਤਮਾ ਵੱਲੋਂ ਦਿੱਤੇ ਹੋਏ ਇਸ ਤੋਹਫੇ ਦੇ ਕਰਕੇ ਹੁੰਦੇ। ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਹ ਤੋਹਫੇ ਕਿਸੇ ਕਿਸੇ ਦੇ ਹਿੱਸੇ ਆਉਂਦੇ ਆ, ਜਾਂ ਕਹਿ ਸਕਦੇ ਆ ਕੋਈ ਕੋਈ ਕਦਰ ਕਰਦਾ ਇਹਨਾਂ ਖੂਬਸੂਰਤ ਤੋਹਫਿਆਂ ਦੀ। ਜੀ, ਤੇ ਹੁਣ ਤੁਸੀਂ ਅਧਿਆਪਕ ਦੇ ਤੌਰ ਤੇ ਕਿੱਥੇ ਕੰਮ ਕਰ ਰਹੇ ਹੋ, ਤੇ ਹਿੰਦੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੇ ਹੋ? ਨਹੀਂ, ਮੈਂ ਕਪੂਰਥਲਾ ਲੋਕਲੀ ਐਲੀਮੈਂਟਰੀ ਸਕੂਲ ਆ ਕਪੂਰਥਲਾ ਜੀ, ਉੱਥੇ ਆ ਅਜੇ। ਮਤਲਬ ਮੈਨੂੰ ਸਟੱਡੀ ਦਾ ਬੈਨੀਫਿਟ ਜਿਹੜਾ ਆ ਅਜੇ ਤੱਕ ਨਹੀਂ ਹੋਇਆ ਕਿਉਂਕਿ ਪ੍ਰਮੋਸ਼ਨ ਨਹੀਂ ਆ। ਮੈਂ ਐਲੀਮੈਂਟਰੀ ਸਕੂਲ ਦੇ ਵਿੱਚ ਨਾ ਸਾਰੇ ਸਬਜੈਕਟਸ ਹੀ ਹੁੰਦੇ ਆ। ਅੱਛਾ ਫਿਲਹਾਲ ਮੈਂ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਜੀ ਜੀ। ਇੱਕ ਤੁਹਾਡੀ ਕਿਤਾਬ ਆਈ ਆ, ਟੁੱਟਣਾ ਵੀ ਖੂਬਸੂਰਤ ਹੁੰਦਾ, ਕਾਵ ਸੰਗ੍ਰਹਿ ਹੈ? ਹਾਂਜੀ ਠੀਕ। ਇਹ ਕਿਹੜੇ ਸਾਲ ਚ ਆਈ ਸੀ ਤੁਹਾਡੀ ਕਿਤਾਬ? ਇਹ ਪਿਛਲੇ ਅਪ੍ਰੈਲ ਦੇ ਵਿੱਚ 20 ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਹੋਇਆ ਸੀਗਾ ਉਸ ਟਾਈਮ ਦੌਰਾਨ ਹੀ ਆਈ। ਹਾਂਜੀ ਅੱਛਾ ਅੱਛਾ। ਬੜਾ ਤੁਹਾਡੀ ਸਮਝ ਲਈਏ ਵੀ ਪਹਿਲੀ ਕਿਤਾਬ ਆਈ, ਪਹਿਲੀ ਕਿਤਾਬ ਹੀ ਹੈ ਇਹ? ਹਾਂ ਹਾਂ। ਹਾਂਜੀ। ਤੇ ਦੂਸਰੀਆਂ ਤੁਸੀਂ ਖਰੜਾ ਤਿਆਰ ਕਰ ਰੱਖਿਆ, ਮਤਲਬ ਉਹਨਾਂ ਦੀ ਤਿਆਰੀ ਕਰ ਰੱਖੀ, ਇਸ ਸਾਲ ਆ ਜਾਣਗੇ? ਜੀ ਜੀ ਜੀ। ਉਹ ਵੀ ਕਾਵ ਸੰਗ੍ਰਹਿ ਆ ਜਾਂ ਵਾਰਤਕ ਕਹਾਣੀ? ਇੱਕ ਉਹਨਾਂ ਦੇ ਵਿੱਚੋਂ ਵਾਰਤਕ ਆ, ਇੱਕ ਕਹਾਣੀਆਂ ਦੀ ਆ, ਇੱਕ ਬਾਲ ਗੀਤਾਂ ਦੀ ਆ, ਤੇ ਇੱਕ ਪੋਇਟਰੀ ਦੀ ਆ। ਕਿਆ ਬਾਤ ਹੈ, ਕਿਆ ਬਾਤ ਹੈ। ਸਾਰੇ ਇਕੱਠੇ ਪਬਲਿਸ਼ ਹੋਣ ਗਈਆਂ ਹੋਈਆਂ ਜਾਂ ਖਰੜੇ ਤੁਸੀਂ ਤਿਆਰ ਕਰ ਰੱਖੇ? ਨਹੀਂ, 2 ਜਾ ਚੁੱਕੀਆਂ ਹੋਈਆਂ ਆ, ਇੱਕ ਮੇਰੇ ਕੋਲ ਖਰੜਾ ਤਿਆਰ ਆ ਬਟ ਅਜੇ ਮੈਂ ਪਬਲਿਸ਼ ਕਰਨ ਲਈ ਦਿੱਤੀ ਨਹੀਂ ਆ। ਜੀ ਜੀ। ਤੇ ਜਿਹੜੀ ਜੀ ਉਹ ਹਜੇ ਕੰਪਲੀਟ ਨਹੀਂ। ਹਾਂਜੀ। ਤੇ ਬੱਚੇ ਕੀ ਕਰ ਰਹੇ ਅੱਜ ਕੱਲ? ਬੇਟਾ ਹੈ ਮੇਰਾ 8th ਕਲਾਸ ਦੇ ਵਿੱਚ, ਬੇਟੀ ਹੈ
ਸੈਕੰਡ ਕਲਾਸ ਤੇ ਅੱਛਾ ਹਸਬੰਡ ਵੀ ਟੀਚਰ ਹੈ। ਹਾਂਜੀ ਉਹ ਵੀ ਟੀਚਰ। ਜੀ ਜੀ, ਸੋਹਣਾ ਹਾਂਜੀ ਸੋਹਣੀ ਲੱਗ ਰਹੀ ਹੈ ਜ਼ਿੰਦਗੀ। ਹਾਂਜੀ ਜੀ ਜੀ। ਤੇ ਬਸ ਇਹੀ ਚਾਹੀਦਾ ਹੁੰਦਾ ਹੈ ਨਾ, ਸਾਨੂੰ ਆਪਣੀ ਜ਼ਿੰਦਗੀ 'ਚ ਇੱਧਰੋਂ ਤਾਂ ਬਹੁਤ ਸਾਰੇ ਮਾਣ ਸਨਮਾਨ ਤੇ ਇੱਕ ਕਲਮ ਰੂਪੀ ਤੋਹਫਾ ਤੁਹਾਨੂੰ ਮਿਲਿਆ ਹੋਇਆ ਤੇ ਪਰਿਵਾਰ ਦਾ ਸਾਥ ਹੈ ਨਾ ਨਾਲ ਬਣਿਆ ਰਵੇ। ਹਾਂਜੀ ਜਦੋਂ ਰੋਕ ਟੋਕ ਹੁੰਦੀ ਆ ਔਰਤ ਤੇ ਬਹੁਤ ਸਾਰੀਆਂ ਬੰਦਿਸ਼ਾਂ ਲੱਗ ਜਾਂਦੀਆਂ ਨੇ, ਤਾਂ ਉਦੋਂ ਲੱਗਦਾ ਕਿ ਸੰਸਾਰ ਆ ਜਿਹੜਾ ਉੱਥੇ ਰੁਕਿਆ ਹੋਇਆ ਹੈ, ਅੱਗੇ ਨਹੀਂ ਵਧਿਆ ਹਨਾ। ਪਰ ਫਿਰ ਵੀ ਕਿਤੇ ਨਾ ਕਿਤੇ ਚਲੋ ਕੁਝ ਕੁ ਔਰਤਾਂ ਦੇ ਹਿੱਸੇ ਇਹ ਪਲ ਆਏ ਨੇ, ਪਰ ਹਲੇ ਵੀ ਮੈਨੂੰ ਲੱਗਦਾ ਕਿ ਜਿਹੜੀ ਔਰਤਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਮੁਸ਼ਕਿਲ ਹੈਗੀ ਆ। ਜੇ ਕੰਮਕਾਜੀ ਔਰਤਾਂ ਦੀ ਗੱਲ ਕਰੀਏ ਤਾਂ ਵੀ ਹਨਾ, ਕਿ ਦੋਨੇ ਪਾਸੇ ਉਹਨਾਂ ਨੂੰ ਸੰਭਾਲਣਾ ਪੈ ਰਿਹਾ। ਔਰਤ ਘਰ ਤੋਂ ਬਾਹਰ ਨਿਕਲੀ ਹੈ ਤਾਂ ਮੈਨੂੰ ਲੱਗਦਾ ਉਹਦੀ ਜ਼ਿੰਮੇਵਾਰੀ ਵੱਧ ਗਈ ਪਹਿਲਾਂ ਨਾਲ। ਬਿਲਕੁਲ ਹਾਂਜੀ। ਹੂੰ ਘਰ ਪਰਿਵਾਰ ਸੰਭਾਲਣਾ, ਫਿਰ ਆਪਣਾ ਨੌਕਰੀ ਕਰਨੀ, ਫਿਰ ਹੂੰ ਬੱਚਿਆਂ ਦਾ ਦੇਖਣਾ, ਬਹੁਤ ਬਹੁਤ ਜ਼ਿਆਦਾ ਹੁੰਦਾ। ਕਈ ਵਾਰ ਬਲਕਿ ਪੁੱਛਿਆ ਜਾਂਦਾ ਕਿ ਤੁਸੀਂ ਲਿਖਦੇ ਕਦੋਂ, ਤੇ 12 ਤੋਂ ਲੈ ਕੇ ਤੇ 4 ਵਜੇ ਦਾ ਟਾਈਮ ਹੁੰਦਾ ਜਿਸ 'ਚ ਆਪਾਂ ਲਿਖ ਸਕਦੇ ਹਾਂ, ਕਿਉਂਕਿ ਉਹੀ ਟਾਈਮ ਸਾਡਾ ਆਪਣਾ ਹੁੰਦਾ ਹੈ। ਤੇ ਬਿਲਕੁਲ ਉਹਦੇ ਵਿੱਚ ਬਿਲਕੁਲ। ਕਈ ਵਾਰ ਤਾਂ ਸ਼ਾਇਦ ਉਹਨਾਂ ਦਾ ਰਾਬਤਾ ਫੇਰ ਸਾਡੇ ਨਾਲੋਂ ਟੁੱਟ ਗਿਆ, ਤੇ ਦੁਬਾਰਾ ਜੋੜਾਂਗੇ ਅਸੀਂ ਕਿਉਂਕਿ ਜੀ 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 ਬਿਲਕੁਲ। ਆਵਾਜ਼ ਤੁਹਾਨੂੰ ਮੇਰੀ ਆ ਰਹੀ ਹੈ, ਤੁਹਾਡੇ ਕੋਲ ਪਹੁੰਚ ਰਹੀ ਹੈ, ਆਵਾਜ਼ ਹਾਂਜੀ ਪਹੁੰਚ ਰਹੀ ਹੈ? ਜੀ 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 ਬਿਲਕੁਲ। ਔਰਤ ਦਾ ਹਾਂਜੀ ਆਪਣਾ ਹੀ ਕੰਮ ਦੁੱਗਣਾ ਹੋਇਆ ਕਿਉਂਕਿ ਉਸਨੇ ਸਾਰੇ ਕੰਮ ਟਾਈਮ ਟੂ ਟਾਈਮ ਕਰਨੇ ਆ, ਚਾਹੇ ਉਹ ਉਸਦੀ ਨੌਕਰੀ ਨਾਲ ਸੰਬੰਧਿਤ ਹੋਣ ਤੇ ਚਾਹੇ ਘਰ ਨਾਲ ਸੰਬੰਧਿਤ ਹੋਣ, ਤੇ ਚਾਹੇ ਫਿਰ ਲੇਖਣੀ ਨਾਲ ਵੀ ਏਦਾਂ ਹੁੰਦਾ ਕਿ ਸਾਡੀ ਜ਼ਿੰਮੇਵਾਰੀ ਦਿਨੋਂ ਦਿਨ ਵੱਧਦੀ ਜਾਂਦੀ, ਹਾਂਜੀ ਕਿਉਂਕਿ ਬਿਲਕੁਲ ਜੀ। ਨਰੋਆ ਸਾਹਿਤ ਲਿਖਣ ਵਾਸਤੇ ਸਾਡਾ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਹਨਾ। ਸਾਹਿਤ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਤੇ ਹਾਂਜੀ ਕੋਈ ਹੋਰ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ, ਲਿਖਿਆ ਜਾ ਕੇ ਚਾਹੇ। ਬਿਲਕੁਲ, ਮੈਂ ਅਕਸਰ ਇਹੀ ਹਾਂਜੀ ਕਹਿੰਦੀ ਹੁੰਦੀ ਆ ਕਿ ਲਿਖੋ ਘੱਟ ਪੜ੍ਹੋ ਜ਼ਿਆਦਾ। ਹਾਂਜੀ ਕਿਉਂ? ਹਾਂ, ਕਿਉਂਕਿ ਬਹੁਤ ਕੁਝ ਮੰਨ ਲਓ ਨਾ ਜਿਹੜੀ ਗੱਲ। ਹਾਂ, ਜਿਹੜਾ ਕੁਦਰਤੀ ਇਲਹਾਮ ਹੁੰਦਾ ਹੈ ਸ਼ਾਇਰੀ ਦਾ, ਉਹ ਹੀ ਕਮਾਲ ਹੁੰਦਾ ਹੈ। ਹਰ ਵਿਸ਼ੇ ਤੇ ਜ਼ਬਰਦਸਤੀ ਲਿਖਣਾ ਨਹੀਂ ਹੁੰਦਾ। ਅਸੀਂ ਤੁਕਬੰਦੀ ਜ਼ਰੂਰ ਕਰ ਸਕਦੇ ਹਨਾ। ਕਈ ਵਾਰ ਹੁੰਦਾ ਕਿ ਡੇ ਹਾਂਜੀ ਆ ਗਏ ਕੋਈ, ਉਹਨਾਂ ਤੇ ਅਸੀਂ ਲਿਖਣਾ ਹੀ ਲਿਖਣਾ, ਪਰ ਜੋ ਕੁਦਰਤੀ ਸਾਡੇ ਦਿਮਾਗ ਦੇ ਵਿੱਚ ਜਦੋਂ ਸ਼ਬਦ ਆਉਂਦੇ ਨੇ ਆਪਣੇ ਆਪ, ਤੇ ਉਹ ਕਮਾਲ ਦੇ ਹੁੰਦੇ। ਵੈਸੇ ਅਸੀਂ ਘੜ ਤਾਂ ਸਕਦੇ ਹਾਂ ਹਨਾ, ਤੇ ਮੈਂ ਸਮਝਦੀ ਹਾਂ ਕਿ ਉਹ ਹਾਂਜੀ ਹੀ ਅਸੀਂ ਦੇਖਣੀ ਹੁੰਦੀ ਹੈ। ਜੀ, ਤੇ ਹੋਰ ਕੋਈ ਰਚਨਾ ਤੁਹਾਡੀ ਸਾਡੇ ਨਾਲ ਸਾਂਝੀ ਕਰੋ, ਚਾਹੇ ਹਿੰਦੀ ਦੀ ਚਾਹੇ ਪੰਜਾਬੀ, ਕੋਈ, ਕਿਉਂਕਿ ਆਪਾਂ ਪੰਜਾਬ ਤੇ ਹਰਿਆਣੇ ਦੋਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਠੀਕ ਹੈ ਜੀ। ਮੇਰੀ ਰਚਨਾ ਹੈ ਉਜੜਿਆ ਪੰਜਾਬ। ਹੂੰ ਮੈਂ ਉਜੜਿਆ ਪੰਜਾਬ ਵੇ ਲੋਕੋ, ਮੇਰੇ ਨਾਲ ਕਿਸੇ ਨੂੰ ਕੀ। ਮੈਂ ਉਜੜਿਆ ਪੰਜਾਬ ਵੇ ਲੋਕੋ, ਮੇਰੇ ਨਾਲ ਕਿਸੇ। ਨੈਟਵਰਕ ਇਸ਼ੂ ਹੈ, ਮੇਰੇ ਕੋਲ ਆਵਾਜ਼ ਉਹਨਾਂ ਦੀ। ਅਸੀਂ ਦੁਬਾਰਾ ਜੋੜਦੇ ਹਾਂ ਉਹਨਾਂ ਨੂੰ ਆਪਣੇ ਨਾਲ। 15 ਮਿੰਟ ਦਾ ਸਮਾਂ ਰਹਿ ਗਿਆ ਤੇ ਨੈਟਵਰਕ ਇਸ਼ੂ ਜ਼ਿਆਦਾ ਅੱਜ ਹੋ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਪ੍ਰੋਗਰਾਮ ਨਾਲ ਲਗਾਤਾਰ। ਜਗਵੰਤ ਖੇੜਾ ਜੀ ਕਹਿੰਦੇ ਕਿ ਮੈਂ ਵੀ ਜੁੜਿਆ ਹੋਇਆ ਜੀ। ਬਿਲਕੁਲ, ਸਰਬਜੀਤ ਕੌਰ ਸਹੋਤਾ ਜੀ ਵੀ ਸਾਡੇ ਨਾਲ ਜੁੜ ਗਏ ਨੇ। ਹਰਦਰਸ਼ਨ ਸਿੰਘ ਕਮਲ ਜੀ, ਅਵਤਾਰ ਸਿੰਘ ਮਾਨ ਜੀ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ, ਕਿਉਂਕਿ
ਜਾਂਦੀ ਹੈ ਜੀ। ਜੀ ਦੁਬਾਰਾ ਦੁਬਾਰਾ ਸ਼ੇਅਰ ਕਰੋ, ਸਾਡੇ ਨਾਲ ਸਾਂਝਾ ਕਰੋ ਗੀਤ, ਕਿਉਂਕਿ ਵਿੱਚੋਂ ਆਪਣਾ ਨੈਟਵਰਕ ਇਸ਼ੂ ਹੋ ਜਾਂਦਾ ਹੈ। ਜੀ ਮੇਰੇ ਨਾਲ ਕਿਸੇ ਨੂੰ ਕੀ, ਮੈਂ ਉਜੜਿਆ ਪੰਜਾਬੀ ਲੋਕ, ਗਰੀਬੜਾ ਪਿਆ ਅੰਨ ਨੂੰ ਤਰਸੇ, ਗਰੀਬੜਾ ਪਿਆ ਅੰਨ ਨੂੰ ਤਰਸੇ, ਭੁੱਖੇ ਸੌਂਦੇ ਨਿੱਕੇ ਜੀ, ਮੈਂ ਉਜੜਿਆ ਪੰਜਾਬੀ ਲੋਕੋ, ਮੇਰੇ ਨਾਲ ਕਿਸੇ ਨੂੰ ਕੀ, ਗੰਦਲੇ ਪੀਵਨ ਵਾਲੇ ਪਾਣੀ, ਗੰਦਲੀਆਂ ਨੇ ਸਭ ਨਹਿਰਾਂ, ਹਵਾ ਮਸਤਾ ਦੂਸ਼ਿਤ ਹੋ, ਵਾਤਾਵਰਨ ਵਿਦੂਸ਼ਿਤ ਹੋਇਆ, ਪਾਣੀ ਨਾ ਹੋਵੇ ਪੀ, ਬਹੁਤ ਘੱਟ ਸਮਝ ਆਈ ਗੀਤ ਦੀ, ਨੈਟਵਰਕ ਇਸ਼ੂ ਬਹੁਤ ਜ਼ਿਆਦਾ ਇੱਜ਼ਤ ਕਰੇ ਨਾ ਕੋਈ, ਤੀਨੂੰ ਨਾ ਸਤਿਕਾਰ ਮਿਲੇ, ਤੀਨੂੰ ਕੋਈ ਨਹੀਂ ਆਪਣਾ ਕਹਿੰਦਾ, ਨਾ ਮਾਨ ਮਿਲੇ ਨਾ ਪਿਆਰ ਮਿਲੇ, ਭੁੱਖੀਆਂ ਮਰ ਰਹੀਆਂ ਨੇ, ਭੁੱਖੀ ਧੀਆਂ ਮਰ ਰਹੀਆਂ ਨੇ, ਮਾਂ ਵੀ ਨਾ ਕਰਦੀ ਸੀ, ਮੈਂ ਉਜੜਿਆ ਪੰਜਾਬੀ ਲੋਕੋ, ਮੇਰੇ ਨਾਲ ਕਿਸੇ ਨੂੰ ਕੀ, ਪੜੀਏ ਚਿੱਟੇ ਵੇਚ ਕੇ, ਨਸ਼ੇ ਤੇ ਲਾਉਣ ਜਵਾਨੀ ਨੂੰ, ਕਿਹੜਾ ਨਵਰਾਉਂਦਾ ਏਥੇ, ਰੋਂਦੀ ਸੀ ਬੇਗਾਨੀ ਨੂੰ, ਪਰੀ ਜਵਾਨੀ ਨਸ਼ਿਆਂ ਖਾ ਲਈ, ਪਰੀ ਜਵਾਨੀ ਨਸ਼ਿਆਂ ਖਾ ਲਈ, ਚੂੜਾ ਤੋੜੇ ਬੇਗਾਨੀ ਸੀ, ਮੈਂ ਉਜੜਿਆ ਪੰਜਾਬੀ ਲੋਕੋ, ਮੇਰੇ ਨਾਲ ਕਿਸੇ ਨੂੰ ਕੀ, ਤੇ ਨਾ ਨਾ ਤੇ ਕਰਨ ਲੜਾਈਆਂ, ਕੀ ਹੋਇਆ ਇਨਸਾਨਾਂ ਨੂੰ, ਵੇਖਿਆ ਤਾਂ ਤੇ ਉਂਝ ਨਹੀਂ ਆਪਾਂ ਲੜਦਿਆਂ ਭਗਵਾਨਾਂ ਨੂੰ, ਧਰਮਾਂ ਵੱਖਰੇ ਨੇ ਪੈ ਗਏ, ਧਰਮਾਂ ਵਿੱਚ ਵੱਖਰੇ ਨੇ ਪੈ ਗਏ, ਜ਼ਹਿਰ ਨਾ ਹੁੰਦਾ ਪੀ, ਮੈਂ ਉਜੜਿਆ ਪੰਜਾਬੀ ਲੋਕੋ, ਮੇਰੇ ਨਾਲ ਕਿਸੇ ਨੂੰ ਕੀ, ਮੈਂ ਉਜੜਿਆ ਪੰਜਾਬੀ ਲੋਕੋ, ਮੇਰੇ ਨਾਲ ਕਿਸੇ ਨੂੰ ਕੀ। ਬਹੁਤ 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 ਸੋਹਣਾ ਗੀਤ, ਵਿੱਚੋਂ ਨੈਟਵਰਕ ਇਸ਼ੂ ਹੋ ਜਾਂਦਾ ਤੇ ਪਰ ਬਿਲਕੁਲ ਸਾਫ਼ ਤੁਸੀਂ ਗੀਤ ਜ਼ਿਆਦਾ ਲਿਖਦੇ ਹੋ, ਤੁਸੀਂ ਕਹਿੰਦੇ ਹੋ ਮੈਂ ਕਵਿਤਾ ਲਿਖਦੀ ਆ, ਮੈਨੂੰ ਲੱਗਦਾ ਤੁਸੀਂ ਗੀਤ ਜ਼ਿਆਦਾ ਲਿਖਦੇ ਹੋ। ਦੋਨੋਂ ਜੀ, ਕਵਿਤਾਵਾਂ ਵੀ ਤੇ ਰਚਨਾ ਚ ਕਵਿਤਾਵਾਂ ਤੇ ਗੀਤ ਦੋਨੋਂ ਹੀ ਨੇ।
ਹਾਂ, ਹੁਣ ਸਾਨੂੰ ਹਿੰਦੀ ਦੀ ਕੋਈ ਰਚਨਾ ਸੁਣਾਓ ਤੁਸੀਂ। ਹਾਂਜੀ ਜ਼ਰੂਰ ਜੀ। ਜੀ। ਆਪਾਂ ਨੂੰ ਪਤਾ ਨਹੀਂ ਲੱਗਿਆ, ਸਮਾਂ ਬਿਲਕੁਲ ਭੱਜਿਆ ਜਾ ਰਿਹਾ, 7-8 ਮਿੰਟ ਰਹਿ ਗਿਆ ਸਿਰਫ। ਠੀਕ ਹੈ ਜੀ। ਹਿੰਦੀ ਹਾਂ ਦੀ ਹਾਂ। ਕਿਤਾਬ ਅਨੁਭੂਤੀ ਜੀ। ਦੇ ਵਿੱਚ ਛਪੀ ਹੈ ਕਵਿਤਾ ਕੋਈ ਚਮਤਕਾਰ ਕਰਾ ਦੋ। हे ਹਾਂ। भगवान अब तो कोई चमत्कार करा दो। हे हम्म। भगवान अब कोई चमत्कार करा दो। ऐसी सद्बुद्धि का प्रसार करा दो। जात पात का बंधन मिटा दो। नफरत हम्म। का औटा आवरण मिटा दो। प्यार आहा। का हर तरफ संचार करा दो। सामाजिक हम्म। बुराइयों का अंत करवा दो। क्या बात। भ्रष्टाचार को जड़ से मिटा दो। पैसे का हम्म। अहंकार दिल से हटा दो। भूखे वाह। को पेट भर खाना खिला दो। मेहनती हम्म। को मेहनत दिला दो। समाज में नेह की एक धारा बहा दो। चेहरे हम्म। से सारे मुखौटे हटा दो। चेहरे से सारे मुखौटे हटा दो। हे भगवान अब तो कोई चमत्कार करा दो। अब तो कोई चमत्कार। आमीन। ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਕੁਝ ਇਦਾਂ ਦਾ ਹੋ ਜਾਵੇ ਕਿ ਸਾਰਾ ਮਾਹੌਲ ਆ ਜਿਹੜਾ ਉਦਾਸਹੀਨ ਹੋ ਗਿਆ, ਸੁਖਾਵਾਂ ਹੋ ਜਾਵੇ। हाँ जी ਦੁਨੀਆਂ बिल्कुल। ਪਾਈਆਂ ਇਹ ਦੂਰ ਹੋ ਜਾਣ। ਤੇ ਅੱਜ ਕੱਲ ਦਾ ਵੀ ਸਮਾਂ ਜਿਹੜਾ ਠੀਕ ਨਹੀਂ ਚੱਲ ਰਿਹਾ ਹਨਾ, ਤੇ ਇਸ ਵਾਸਤੇ ਵੀ ਅਸੀਂ ਸਾਰੇ ਮਿਲ ਕੇ ਦੁਆ ਕਰਦੇ ਹਾਂ ਕਿ ਇਸ ਸਮੱਸਿਆ ਤੋਂ ਅਸੀਂ ਜਲਦੀ ਹੀ ਨਿਜਾਤ ਪਾ ਲਈਏ ਤੇ ਸਾਰੇ ਆਪਣੇ ਘਰਾਂ ਵਿੱਚ ਸੁਖੀ ਵਸਣ। ਇੱਕ ਦੋ ਰਚਨਾ ਤੁਸੀਂ ਹੋਰ ਸਾਡੇ ਨਾਲ ਸਾਂਝੀਆਂ ਕਰੋ। हाँ जी रचना है समाधि। ਹਾਂ ਜੀ। एक नारी वालों लिखी हुई रचना। मैं ਹਮ। तरसां दे राहां ते तुरना नहीं। मैं ਹਾਂ। तरसां दे राहां ते तुरना नहीं। मैनू मिट्टी ना जानी मैं कुरना नहीं। ਆਹ, मैं ਕੀ ਬਾਤ ਹੈ। तरसां दे ਦੁਬਾਰਾ राहां ਦੁਬਾਰਾ ਦੁਬਾਰਾ ਕਹੋ, ਦੁਬਾਰਾ ਕਹੋ, ਸ਼ੁਰੂ ਤੋਂ। मैं तरसां दे राहां ते तुरना नहीं। मैं ਹਮ। तरसां दे राहां ते तुरना नहीं। मैनू मिट्टी ना जानी मैं कुरना नहीं। ਪਤਾ ਨਹੀਂ। मैं ਆਹ। रो रो के हंजुआं नू सुटना नहीं। मैं रो रो ਹਮ। के हंजुआं नू सुटना नहीं। औलाद हां ओए मेहरमा मैं टुटना नहीं। ਆਹ। ਅੱਗੇ ਕਿਸੇ ਦੇ ਮੈਂ ਹੱਥ ਨਾ ਫੈਲਾਉਂਦੀ। ਅੱਗੇ ਕਿਸੇ ਹਾਂ। ਦੇ ਮੈਂ ਹੱਥ ਨਾ ਫੈਲਾਉਂਦੀ। ਤੇਰੇ ਕੋਲੋਂ ਵੀ ਮੈਂ ਕੁਝ ਨਾ ਹੋਏ ਚਾਹੁੰਦੀ। ਹਮ। ਗੁਲਾਮ ਨਹੀਂ ਗੁਲਾਮ ਨਹੀਂ ਹਾਂ ਆਜ਼ਾਦੀ ਜੋ ਮੰਗਾ। ਇਹ ਮੇਰੀ ਹਮ। ਜ਼ਿੰਦਗੀ ਹੈ ਨੀਵੀਂ ਪਾ ਕੇ ਕਿਉਂ ਲੰਘਾਂ। ਆਹ। ਗੁਲਾਮ ਨਹੀਂ ਹਾਂ आजादी जो मंगा ये मेरी जिंदगी है नीवी पाके क्यों लगा। रजनी हम्म। पापी रजनी पापी नहीं अपराधी नहीं जिउंदी हम्म। जागदी समाधि नहीं वो समाधि नहीं वो समाधि नहीं। वाह, क्या बात है, क्या बात है। क्या कमाल ਦਾ ਐਟੀਟਿਊਡ ਹੈ ਇਸ ਕਵਿਤਾ ਦੇ ਵਿੱਚ। ਬਿਲਕੁਲ ਕਮਾਲ ਦੇ ਅਹਿਸਾਸ ਨੇ। ਬਹੁਤ ਸੋਹਣਾ, ਤੇ ਇਦਾਂ ਦਾ ਹੀ ਹੋਣਾ ਚਾਹੀਦਾ। ਮੈਨੂੰ ਲੱਗਦਾ ਰੋਣੇ ਧੋਣੇ ਜੇ ਹੁਣ ਛੱਡ ਕੇ ਨਾਰੀ ਨੂੰ ਕਵਿਤਾ ਦੇ ਇਸ ਮੋੜ ਤੇ ਆ ਜਾਣਾ ਚਾਹੀਦਾ ਹੈਗਾ ਕਿ ਅਸੀਂ ਝੁਕਣਾ ਨਹੀਂ ਆ, ਤੇ ਸਾਡੀ ਆਪਣੀ ਸ਼ਖਸੀਅਤ ਹੈ ਨਾ, ਤੇ ਉਸ ਨੂੰ ਉਜਾਗਰ ਕਰਨਾ ਹੈ। ਹਮੇਸ਼ਾ ਜੇ ਆਪਾਂ ਦੇਖੀਏ, ਔਰਤ ਕਹਿੰਦੀ ਹੈ ਮਰਦ ਦੇ ਬਰਾਬਰ ਸਾਨੂੰ ਕੀਤਾ ਜਾਵੇ। ਨਹੀਂ, ਬਿਲਕੁਲ ਨਹੀਂ। ਅਸੀਂ ਉਹਨਾਂ ਦੇ ਬਰਾਬਰ ਤੁਰਨਾ ਜ਼ਰੂਰ ਹੈ ਹਨਾ, ਪਰ ਆਪਣੇ ਤਰੀਕੇ ਨਾਲ ਜ਼ਿੰਦਗੀ ਨੂੰ जी ਕਿਉਂਕਿ बिल्कुल ਦੋਨਾਂ। एक बट एक अपने आप ਹਾਂ। ਦੀ ਇੱਕ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੇ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਇੱਕ ਕੋਸ਼ਿਸ਼ ਆ। ਉਹਨਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਬਟ ਘੱਟੋ ਹਾਂ ਘੱਟ ਬਿਲਕੁਲ। ਹੋਵੇ ਨਾ ਔਰਤ ਦੀ। ਹਾਂ ਬਿਲਕੁਲ 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 ਸਹੀ ਗੱਲ ਹੈ ਕਿ ਕਿਉਂਕਿ ਹੁਣ ਵੀ ਦੇਖਿਆ ਕਿ ਸਮਾਜ ਦੇ ਅੰਦਰ ਜਿਹੜੀਆਂ ਕੁਰੀਤੀਆਂ ਸਦੀਆਂ ਤੋਂ ਚੱਲਦੀਆਂ ਆ ਰਹੀਆਂ, ਉਹਨਾਂ ਨੇ ਰੂਪ ਬਟਾ ਲਿਆ, ਬਸ ਖੜੀਆਂ ਹਾਂਜੀ ਉੱਥੇ ਦੀ ਬਿਲਕੁਲ। ਉੱਥੇ। ਹਾਂਜੀ ਹਨਾ, ਕਈ ਥਾਵਾਂ ਤੇ ਹੈਰਾਨੀ ਹੋਊਗੀ ਕਿ ਕੁੜੀਆਂ ਪੜ੍ਹੀਆਂ ਲਿਖੀਆਂ ਪਰ ਉਹ ਉਸ ਨਰਕ ਚੋਂ ਨਿਕਲ ਨਹੀਂ ਪਾ ਰਹੀਆਂ
ਜਿਸ ਤਰ੍ਹਾਂ ਉਹਨਾਂ ਕਿਉਂਕਿ ਨਾਲ ਧੱਕਾ ਹੋ ਰਿਹਾ ਆਪਦੀ ਹੈ ਨਾ। ਸੋਚ ਅਜੇ ਉੱਥੇ ਹੀ ਟਿਕੀ ਹੋਈ ਆ, ਉਹਨੂੰ ਬਦਲ ਨਹੀਂ ਹਾਂ, ਰਹੀ, ਪਤਾ ਨਹੀਂ ਸਦੀਆਂ ਹੋਰ ਲੱਗਣਗੀਆਂ। ਮਰਦ ਦੀ ਵੀ ਤੇ ਮੈਂ ਸੋਚਦੀ ਹਾਂ ਕਿ ਔਰਤ ਦੀ ਵੀ, ਔਰਤ ਬਿਲਕੁਲ, ਦੀ ਵੀ ਹਾਂਜੀ ਨਾ, ਕਿਉਂਕਿ ਔਰਤ ਹੀ ਕਿਤੇ ਨਾ ਕਿਤੇ ਔਰਤ ਦੀ ਵੱਡੀ ਦੁਸ਼ਮਣ ਹੈਗੀ। ਜੇ ਤੁਸੀਂ ਹਾਂਜੀ ਘਰਾਂ 'ਚ ਕਲੇਸ਼ ਦਾ ਕਾਰਨ ਤੁਸੀਂ ਦੇਖੋਗੇ ਤਾਂ ਔਰਤ ਤੋਂ ਹੀ ਸ਼ੁਰੂ ਹੁੰਦਾ। ਬਿਲਕੁਲ, ਮਰਦ ਹਾਂਜੀ ਬਹੁਤ ਘੱਟ ਇਨਵੋਲਵ ਹੁੰਦੇ ਆ ਇਹਨਾਂ ਚੀਜ਼ਾਂ 'ਚ, ਹਨਾ। ਹਾਂਜੀ ਹਾਂਜੀ ਜੇ ਝਾਤੀ ਮਾਰੋਗੇ ਬਹੁਤ ਸਾਰੇ ਐਗਜ਼ਾਮਪਲ ਆ ਮੇਰੇ ਕੋਲ। ਖੈਰ ਅੱਜ ਆਪਾਂ ਉਸ ਦੇ ਵਿਸ਼ੇ ਤੇ ਗੱਲ ਨਹੀਂ ਕਰਾਂਗੇ, ਪਰ ਇਦਾਂ ਦਾ ਬਿਲਕੁਲ ਹੋ ਰਿਹਾ ਕਿ ਕਈ ਥਾਵਾਂ ਤੇ ਔਰਤ ਚੁੱਪ ਰਹਿੰਦੀ ਆ। ਪਤਾ, ਔਰ ਮੈਨੂੰ ਲੱਗਦਾ ਕਿ ਔਰਤ 'ਚ ਸਹਿਣ ਸ਼ਕਤੀ ਬੜੀ, ਉਹ ਬੜੀਆਂ ਚੀਜ਼ਾਂ ਨੂੰ ਸੋਚ ਸੋਚ ਕੇ ਔਰ ਮਾਹੌਲ ਦੇ ਸੁਖਾਵਾਂ ਹੋਣ ਦੀ, ਚੰਗੇ ਦਿਨਾਂ ਦੀ ਆਉਣ ਦੇ ਚ ਸਾਰਾ ਕੁਝ ਸਹਿੰਦੀ ਚਲੀ ਜਾਂਦੀ। ਪਰਮਾਤਮਾ ਵੱਲੋਂ ਦਿੱਤੀ ਗਈ ਆ ਸ਼ਾਇਦ। ਇਹ ਕੁਛ ਜਿਹੜੀਆਂ ਚੀਜ਼ਾਂ ਆ ਉਹ ਔਰਤ ਨੂੰ ਉਸ ਪਰਮਾਤਮਾ ਨੇ ਦਿੱਤੀਆਂ ਹੋਈਆਂ ਆ, ਜਿਹੜੀਆਂ ਕਿ ਉਹਦੇ ਵਿੱਚ ਆਪਣੇ ਆਪ ਹੀ ਉਹ ਸਹਿਣ ਸ਼ਕਤੀ, ਆਪਣੇ ਆਪ ਹੀ ਸਾਰੀਆਂ, ਆਪਾਂ ਛੋਟੇ ਬੱਚਿਆਂ ਦੇ ਵਿੱਚ ਵੀ ਦੇਖਦੇ ਆ, ਇੱਕ ਲੜਕੀ ਤੇ ਇੱਕ ਲੜਕੇ ਦੇ ਵਿੱਚ ਪਰਮਾਤਮਾ ਵੱਲੋਂ ਹੀ ਇੰਨਾ ਸਬਰ ਜੋ ਲੜਕੀ ਦਾ ਹੁੰਦਾ ਆ ਉਹਦੇ ਮੁਕਾਬਲੇ ਚ ਲੜਕੇ ਦਾ ਨਹੀਂ ਹੁੰਦਾ। ਪਰਮਾਤਮਾ ਵੱਲੋਂ ਸ਼ਾਇਦ ਇਹ ਦਿੱਤਾ ਜਾਂਦਾ। ਹਾਂ, ਇਹ ਸ਼ੁਰੂ ਚ ਹੀ ਹੁੰਦਾ ਇਹ। ਹਾਂ, ਬਿਲਕੁਲ ਇਹ ਸਹੀ ਕਹਿ ਰਹੇ ਹੋ ਤੁਸੀਂ। ਪਰ ਮੈਂ ਕਹਿੰਨੀ ਆ ਕਿ ਸਹਿਨ ਸ਼ਕਤੀ ਵੀ ਜ਼ਰੂਰੀ ਹੈ, ਪਰ ਇੰਨੀ ਜ਼ਿਆਦਾ ਵੀ ਨਾ ਹੋਵੇ ਕਿ ਤੁਸੀਂ ਆਪਣੇ ਉੱਪਰ ਹਰ ਇੱਕ ਨਿਆਂ ਨੂੰ ਸਹਿੰਦੇ ਚਲੇ ਜਾਓ ਤੇ ਉਹਦੇ ਸਾਹਮਣੇ ਬੋਲੋ ਨਾ, ਜਵਾਬ ਨਾ ਦਿਓ। ਹਾਂਜੀ ਬਿਲਕੁਲ, ਹਨਾ। ਕੁਝ ਚੀਜ਼ਾਂ ਇਹ ਹਾਲਾਤ ਹੀ ਕਰ ਦਿੰਦਾ ਆਪਣੇ ਆਪ। ਹਾਂ, ਬਿਲਕੁਲ ਬਿਲਕੁਲ। ਕੁਝ ਚੀਜ਼ਾਂ ਨਾਲ ਸਮਝੌਤੇ ਕਰਨੇ ਚੰਗੇ ਹੁੰਦੇ ਆ, ਪਰ ਕੁਝ ਦੇ ਸਾਹਮਣੇ ਖੜਾ ਹੋਣਾ ਬਹੁਤ ਜ਼ਰੂਰੀ ਆ ਜੇ ਅਸੀਂ ਆਪਣੀ ਦੁਨੀਆ ਜਿਹੜੀ ਹੈ ਖੁਸ਼ਗਵਾਰ ਕਰਨੀ ਹੈ, ਹਨਾ। ਮੇਰੀ ਆਵਾਜ਼ ਸੁਣ ਫਿਰ ਉਹਨਾਂ ਦਾ ਜਿਹੜਾ ਨੈਟਵਰਕ ਇਸ਼ੂ ਹੋ ਗਿਆ, ਥੋੜਾ ਜਿਹਾ ਸਮਾਂ ਰਹਿ ਗਿਆ, ਬਸ ਇੱਕ ਰਚਨਾ ਉਹਨਾਂ ਤੋਂ ਹੋਰ ਸੁਣ ਕੇ ਆਪਾਂ ਉਹਨਾਂ ਤੋਂ ਵਿਦਾ ਲਵਾਂਗੇ ਤੇ ਦੁਬਾਰਾ ਐਡ ਕਰਦੀ ਹਾਂ ਮੈਂ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਕੁਝ ਨਾਮ ਤਾਂ ਮੈਨੂੰ ਸਕਰੀਨ ਤੇ ਦਿਖਾਈ ਵੀ ਨਹੀਂ ਦੇ ਰਹੇ। ਲਗਾਤਾਰ ਬਣੇ ਹੋਏ ਨੇ ਸਰਬਜੀਤ ਸਹੋਤਾ ਜੀ, ਜਗਵੰਤ ਖੇੜਾ ਜੀ, ਸੀਮਾ ਭਾਟੀਆ ਜੀ ਜੀ। ਤੇ ਜਾਂਦੇ ਜਾਂਦੇ ਰਜਨੀ ਜੀ, ਅਸੀਂ ਇੱਕ ਰਚਨਾ ਤੁਹਾਡੇ ਤੋਂ ਹੋਰ ਸੁਣਾਂਗੇ, ਫਿਰ ਵਿਦਾ ਲਵਾਂਗੇ ਤੁਹਾਡੇ ਤੋਂ। ਕੋਈ ਵੀ ਆਪਣੀ ਰਚਨਾ ਤੁਸੀਂ ਸਾਡੇ ਨਾਲ ਸੁਣਾਓ, ਪੰਜਾਬੀ ਹਿੰਦੀ। ਔਰਤ ਉੱਪਰ ਹੀ ਲਿਖੀ ਕਵਿਤਾ ਹੈ। ਜਦੋਂ ਜੀ। ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਇਹ ਕਵਿਤਾ ਉਸ ਟਾਈਮ ਕਿਸੇ ਕਿ ਜਦੋਂ ਵੀ ਕਿਸੇ ਔਰਤ ਤੇ ਕੋਈ ਜ਼ੁਲਮ ਹੁੰਦਾ ਆ ਤਾਂ ਮੋਮਬੱਤੀਆਂ ਲੈ ਕੇ ਚੌਂਕਾਂ ਦੇ ਵਿੱਚ ਬਾਲੀਆਂ ਜਾਂਦੀਆਂ ਆ। ਬਟ ਸਿਰਫ ਉਸੇ ਟਾਈਮ ਦੇ ਲਈ ਇੱਕ ਜਨਤਾ ਨੂੰ ਜਾਗਰੂਕ ਕਰਨਾ ਜਾਂ ਇਹ ਵਾਲੇ ਕਦਮ ਚੁੱਕਣੇ ਜ਼ਰੂਰੀ ਨਹੀਂ ਹੁੰਦੇ। ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਉਸ ਦੀਆਂ ਹੱਕਾਂ ਨੂੰ ਵਿਚਾਰਿਆ ਗਿਆ ਹੈ। ਜਦੋਂ ਔਰਤ ਮਰਦੀ ਹੈ ਉਹਦੇ ਹੱਕਾਂ ਦੇ ਉੱਪਰ ਬੜੀਆਂ ਸੰਸਥਾਵਾਂ ਹੁੰਦੀਆਂ। ਔਰਤ ਇੱਕੋ ਕਈ ਰਿਸ਼ਤਿਆਂ ਨੂੰ ਮਾਣਦੀ, ਔਰਤ ਇੱਕੋ ਜਨਮ ਚ ਕਈ ਰਿਸ਼ਤਿਆਂ ਨੂੰ ਮਾਣਦੀ, ਉਹ ਸਿਰੜੀ ਤੇ ਸਿੱਦਕੀ ਹੈ ਮਰਦਾਂ ਦੇ ਹਨ ਦੀ। ਔਰਤ ਵੱਲੋਂ ਚੰਡੀ ਦਾ ਵੀ ਰੂਪ ਧਾਰਿਆ ਗਿਆ ਏ। ਜਦੋਂ ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਉਸ ਦੀਆਂ ਹੱਕਾਂ ਨੂੰ ਵਿਚਾਰਿਆ ਗਿਆ। ਜਾਣ ਪੈਰਾਂ ਦੀ ਜੁੱਤੀ, ਜਾਣ ਕੇ ਪੈਰਾਂ ਦੀ ਜੁੱਤੀ ਰੱਖਦਾ ਇਨਸਾਨ ਏ। ਬੰਦਸ਼ਾਂ ਤੇ ਕਵਚਾਂ ਚ ਔਰਤ ਦੀ ਜਾਨ ਏ, ਉਹਦੇ ਵੱਲੋਂ ਸਹਾਰਿਆ ਗਿਆ ਏ। ਜਦੋਂ ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਉਸ ਦੀਆਂ ਹੱਕਾਂ ਵਿਚਾਰਿਆ ਗਿਆ। ਮਾਂ ਬਣ ਕੇ ਵਿਚਰਦੀ, ਮਾਂ ਬਣ ਕੇ ਜਦ ਵਿਚਰਦੀ ਤਾਂ ਬਰਕਤਾਂ ਖਿਲਾਰਦੀ। ਕਿੰਨੀ ਸੋਹਣੀ ਰਚਨਾ ਏ ਇਹ ਮਹਿਕਾਂ ਦੇ ਸੰਸਾਰ ਦੀ, ਜਦ ਔਰਤ ਦੇ ਵੱਲੋਂ ਹੀ ਸ਼ਿੰਗਾਰਿਆ ਗਿਆ ਏ। ਜਦੋਂ ਜਦੋਂ ਵੀ ਔਰਤ ਮਾਰਿਆ ਗਿਆ ਏ, ਉਸ ਦੀਆਂ ਹੱਕਾਂ ਨੂੰ ਵਿਚਾਰਿਆ ਗਿਆ। ਸੱਚ ਤੇ ਪਹਿਰਾ ਦਿੱਤਾ ਏ ਚੁੱਪ ਦੀ ਜ਼ੁਬਾਨ, ਸੱਚ ਤੇ ਪਹਿਰਾ ਦਿੱਤਾ ਏ ਚੁੱਪ ਦੀ ਜ਼ੁਬਾਨ ਨੇ। ਕੌਮਾਂ ਦਾ ਨਾਂ ਰੁਸ਼ਨਾਇਆ ਏ ਔਰਤ ਦੀ ਸ਼ਾਨ ਨੇ, ਪਰ ਹਰ ਯੁੱਗ ਵਿੱਚ ਉਸ ਨੂੰ ਹਟਾਰਿਆ। क्या बात है, बहुत बहुत
ਉਹਨੇ ਮਾਰੀਆਂ ਨੇ ਰੀਝਾਂ ਤੇ ਮਾਰੇ ਸਭ ਚਾਅ ਨੇ, ਪਰ ਨਹੀਂ ਵਿਖਾਈ ਉਹਨੂੰ ਰਾਮ ਤੇ ਖੁਦਾ ਨੇ। ਪਤਾ ਨਹੀਂ ਉਹਨੂੰ ਕੀ ਕੀ ਕਹਿ ਦੁਰਕਾਰਿਆ, ਪਤਾ ਨਹੀਂ ਉਹਨੂੰ ਕੀ ਕੀ ਕਹਿ ਦੁਰਕਾਰਿਆ ਗਿਆ ਏ। ਜਦੋਂ ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਉਹਦਿਆਂ ਹੱਕਾਂ ਨੂੰ ਵਿਚਾਰਿਆ। ਪਰ ਲਈ ਉਡਾਰੀ ਉਹਨੇ ਅੰਬਰਾਂ ਦੇ ਵੱਲ, ਪਰ ਲਈ ਉਡਾਰੀ ਉਹਨੇ ਅੰਬਰਾਂ ਦੇ ਵੱਲ ਨੂੰ, ਸਰ ਕਰਦੀ ਉਹ ਮੰਜ਼ਿਲਾਂ ਸਹਾਰਦੀ ਨਾ ਗੱਲ। ਪਰ ਲਈ ਉਡਾਰੀ ਉਹਨੇ ਅੰਬਰਾਂ ਦੇ ਵੱਲ ਨੂੰ, ਸਰ ਕਰਦੀ ਉਹ ਮੰਜ਼ਿਲਾਂ ਸਹਾਰਦੀ ਨਾ ਗੱਲ ਨੂੰ। ਰਜਨੀ ਨਾ ਕਲਪਨਾ ਚਾਵਲਾ ਦਾ ਪ੍ਰਚਾਰਿਆ ਗਿਆ ਏ। ਜਦੋਂ ਜਦੋਂ ਵੀ ਔਰਤ ਨੂੰ ਮਾਰਿਆ ਗਿਆ ਏ, ਉਸ ਦੀਆਂ ਹੱਕਾਂ ਨੂੰ ਵਿਚਾਰਿਆ ਗਿਆ ਏ, ਉਸ ਦੀਆਂ ਹੱਕਾਂ ਨੂੰ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸੋਹਣਾ ਵਿਸ਼ਾ ਤੁਸੀਂ ਚੁਣਿਆ ਤੇ ਬਹੁਤ ਪਾਏਦਾਰ ਰਚਨਾ ਤੁਹਾਡੀ। ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਨਾਲ ਕਿਹੜਾ ਸੁਨੇਹਾ ਤੁਸੀਂ ਦੇਣਾ ਚਾਹੋ? ਸਰੋਤਿਆਂ ਦੇ ਨਾਮ ਵੀ ਤੇ ਇੱਕ ਔਰਤ ਦੇ ਨਾਮ ਵੀ, ਕਿ ਆਪਣੇ ਹੱਕਾਂ ਦੀ ਆਵਾਜ਼ ਉਠਾਉਣੀ ਸਿੱਖੋ। ਕੋਈ ਤੁਹਾਨੂੰ ਥਾਲੀ ਚ ਪਰੋਸ ਕੇ ਤੁਹਾਡੇ ਹੱਕ ਨਹੀਂ ਦਿੰਦਾ, ਇਹਨਾਂ ਨੂੰ ਲੈਣਾ ਪੈਂਦਾ, ਇਹਨਾਂ ਦੇ ਲਈ ਲੜਨਾ ਪੈਂਦਾ ਹੈ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਕਿ ਜੀਣ ਨਾਲੋਂ ਜ਼ਿੰਦਗੀ ਜਿਹੜੀ ਆ ਉਹਨੂੰ ਜ਼ਿੰਦਾ ਦਿਲੀ ਦੇ ਨਾਲ ਜੀਓ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਤੇ ਟੁੱਟ ਵੀ ਜਾਓ ਨਾ ਤਾਂ ਤੁਹਾਨੂੰ ਵੀ ਲੱਗੇ ਕਿ ਖੂਬਸੂਰਤ ਆ। ਟੁੱਟਣਾ ਵੀ ਖੂਬਸੂਰਤ ਆ, ਕਿਉਂਕਿ ਪੱਤੇ ਟੁੱਟਦੇ ਆ ਤੇ ਨਵੇਂ ਆਉਂਦੇ ਆ। ਕੋਈ ਭਾਂਡਾ ਟੁੱਟਦਾ ਆ ਤੇ ਨਵਾਂ ਆਉਂਦਾ ਆ। ਹਰ ਚੀਜ਼ ਜਿਹੜੀ ਟੁੱਟਦੀ ਆ ਉਹਨੂੰ ਵੀ ਖੂਬਸੂਰਤੀ ਦੇ ਨਾਲ ਜੋੜ ਕੇ ਜ਼ਿੰਦਗੀ ਨੂੰ ਫੇਰ ਵੀ ਜ਼ਿੰਦਾ ਦਿਲੀ ਦੇ ਨਾਲ ਜੀਆ ਜਾ ਸਕਦਾ ਆ। ਲੋਕ ਘੁੱਟਣ ਦੇ ਵਿੱਚ ਕਦੇ ਵੀ ਜ਼ਿੰਦਗੀ ਨਾ ਲੰਘਾਓ। ਇੱਕ ਵਾਰੀ ਜ਼ਿੰਦਗੀ ਜੋ ਮਿਲੀ ਆ, ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ, ਉਹਨੂੰ ਹੱਸਦਿਆਂ ਬਿਤਾਓ, ਖੁਸ਼ ਦਿਲੀ ਨਾਲ ਬਿਤਾਓ ਤੇ ਟੁੱਟ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਰਚਨਾ ਤੁਸੀਂ ਮੈਨੂੰ ਜ਼ਰੂਰ ਸਾਂਝੀ ਕਰੋ। ਟੁੱਟਣਾ ਵੀ ਖੂਬਸੂਰਤ ਹੁੰਦਾ ਜਾਂਦੇ ਆ। ਹਾਂਜੀ ਜ਼ਰੂਰ ਜੀ। ਟੁੱਟਣਾ ਵੀ ਖੂਬਸੂਰਤ ਹੁੰਦਾ। ਇੱਕ ਮਿੰਟ ਮੈਂ ਬੁੱਕ ਲੈਣਾ। ਹਾਂ ਹਾਂ, ਕੋਈ ਗੱਲ ਨਹੀਂ, ਕੋਈ ਗੱਲ ਜੀ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਸਾਡਾ ਸਾਥ ਦੇਣ ਵਾਸਤੇ, ਨਾਲ ਬਣੇ ਰਹਿਣ ਵਾਸਤੇ। ਪ੍ਰਵਿੰਦਰ ਸਿੰਘ ਜੀ, ਰੇਨੂਕਾ ਜੀ, ਸਰਬਜੀਤ ਕੌਰ ਸਹੋਤਾ ਜੀ, ਸੀਮਾ ਭਾਟੀਆ ਜੀ, ਭਗਤ ਸਿੰਘ ਦਿਓਨ, ਗੁਰਦਰਸ਼ਨ ਸਿੰਘ ਕਮਲ, ਅਵਤਾਰ ਸਿੰਘ ਮਾਨ ਜੀ, ਜਗਵੰਤ ਖੇੜਾ ਜੀ, ਤਰਸੇਮ ਨਰੂਲਾ ਜੀ, ਬਹੁਤ ਸ਼ੁਕਰੀਆ ਜੀ। ਜੀ ਜੀ ਹਾਂਜੀ ਹਾਂਜੀ, ਟੁੱਟਣਾ ਵੀ ਖੂਬਸੂਰਤ ਹੁੰਦਾ ਹੈ। ਕਿਤਾਬ ਦੇ ਵਿੱਚ ਮੇਰੀ ਕਵਿਤਾ ਟੁੱਟਣਾ ਵੀ ਖੂਬਸੂਰਤ ਹੁੰਦਾ ਜੀ। ਅੱਜ ਦਿਲ ਕੀਤਾ ਕਿ ਲਿਖ ਦੇਵਾਂ ਇੱਕ ਮਾਫੀਨਾਮਾ, ਅੱਜ ਦਿਲ ਕੀਤਾ ਲਿਖ ਦੇਵਾਂ ਇੱਕ ਮਾਫੀਨਾਮਾ, ਸਭ ਦੇ ਨਾਮ ਤੇ ਮੰਗ ਲਵਾਂ ਸਭ ਤੋਂ ਮਾਫੀ। ਉਹ ਗੁਨਾਹ ਕੀਤੇ ਨਹੀਂ ਉਹਨਾਂ ਦੇ। ਅੱਜ ਦਿਲ ਲਿਖ ਦੇਵਾਂ ਇੱਕ ਮਾਫੀਨਾਮਾ, ਸਭ ਦੇ ਨਾਮ ਤੇ ਮੰਗ ਲਵਾਂ ਸਭ ਤੋਂ ਮਾਫੀ। ਉਹ ਗੁਨਾਹ ਜੋ ਮੈਂ ਕੀਤੇ ਨਹੀਂ ਉਹਨਾਂ ਦੇ, ਉਹ ਸਜ਼ਾਵਾਂ ਜੋ ਮੈਂ ਪਾ ਲਈਆਂ ਉਹਨਾਂ ਦੀ। ਮੰਗਿਆ ਜਦੋਂ ਮੈਂ ਲੋੜ ਸਮੇਂ ਸਾਥ, ਮੰਗਿਆ ਜਦੋਂ ਮੈਂ ਲੋੜ ਸਮੇਂ ਸਾਥ, ਮਿਲਿਆ ਉੱਥੋਂ ਇਨਕਾਰ, ਮੈਂ ਉਹਨਾਂ ਤੋਂ ਵੀ ਮਾਫੀ ਮੰਗੀ। ਜਿਨ੍ਹਾਂ ਨੇ ਕੀਤੀਆਂ ਬੜੀਆਂ ਅੰਗਿਆਰ, ਜਿਨ੍ਹਾਂ ਨੇ ਕੀਤੀਆਂ ਬੜੀਆਂ ਅੰਗਿਆਰ, ਮਦਦ ਵੇਲੇ ਕੀਤਾ ਸਾਫ਼ ਇਨਕਾਰ, ਮੈਂ ਉਹਨਾਂ ਤੋਂ ਵੀ ਮਾਫੀ ਮੰਗੀ। ਜਿਨ੍ਹਾਂ ਨੇ ਕੀਤਾ ਮੇਰਾ ਅਪਮਾਨ, ਜਿਨ੍ਹਾਂ ਨੇ ਕੀਤਾ ਮੇਰਾ ਅਪਮਾਨ, ਚੱਲ ਫਿਰ ਕੀ ਹੋਇਆ ਮਨਾ, ਮੈਂ ਕਰਾਂ ਉਹਨਾਂ ਦਾ ਸਨਮਾਨ, ਮੈਂ ਮਾਫੀ ਮੰਗੀ। ਜਿਨ੍ਹਾਂ ਨੂੰ ਲੋੜ ਵੇਲੇ ਮੈਂ ਯਾਦ ਆਈ, ਜਿਨ੍ਹਾਂ ਨੂੰ ਲੋੜ ਵੇਲੇ ਮੈਂ ਯਾਦ ਆਈ, ਜਿਨ੍ਹਾਂ ਨੇ ਮੇਰੀ ਪਿੱਠ ਨੂੰ ਪਾਏਦਾਨ ਬਣਾ ਕੇ ਛਲਾਂਗ ਲਗਾਈ, ਉਹਨਾਂ ਨੂੰ ਮਾਫ ਕਰ ਦਿੱਤਾ। ਪਰ ਫਿਰ ਦਿਲ ਵਿੱਚੋਂ ਆਵਾਜ਼ ਆਈ, ਆਤਮ ਸਨਮਾਨ ਨੇ ਦੁਹਾਈ। ਪਰ ਫਿਰ ਦਿਲ ਵਿੱਚੋਂ ਆਵਾਜ਼ ਆਈ, ਆਤਮ ਸਨਮਾਨ ਨੇ ਦੁਹਾਈ ਪਾਈ, ਸੁੱਤੀ ਜ਼ਮੀਰ ਨੇ ਲਗਾਈ। ਬੇਜਾਨ ਆਤਮਾ, ਬੇਜਾਨ ਆਤਮਾ ਜੀਵੰਤ ਹੋ ਕੇ ਉਕਲਾਈ ਤੇ ਅਚਾਨਕ ਕੁਰਲਾਈ, ਕਿ ਬੜਾ ਤਕਲੀਫ ਦੇ ਹੁੰਦਾ ਹੈ
ਪਿੱਠ ਨੂੰ ਪਾਇਦਾਨ ਬਣਾਉਣਾ। ਬੜਾ ਹੂੰ ਤਕਲੀਫ ਹੈ ਪਿੱਠ ਨੂੰ ਪਾਇਦਾਨ ਬਣਾਉਣਾ, ਆਪਣਾ ਆਪ ਗਵਾਉਣਾ, ਨੰਗੇ ਪੈਰੀ ਅੱਗ ਤੇ ਤੁਰ ਦਿਖਾਉਣਾ। ਨੰਗੇ ਵਾਹ ਪੈਰੀ ਅੱਗ ਤੇ ਤੁਰ ਦਿਖਾਉਣਾ, ਆਪਣੀ ਰੂਹ ਨੂੰ ਜ਼ਖਮੀ ਕਰਕੇ ਕਿਸੇ ਅੱਗੇ ਆਪਣਾ ਸਿਰ ਝੁਕਾਉਣਾ। ਕਿਆ ਆਪਣੀ ਬਾਤ ਰੂਹ ਅੱਗੇ ਆਪਣੀ ਰੂਹ ਨੂੰ ਜ਼ਖਮੀ ਕਰਕੇ ਕਿਸੇ ਅੱਗੇ ਆਪਣਾ ਸਿਰ ਝੁਕਾਉਣਾ। ਪਾੜ ਦਿੱਤਾ ਮਾਫੀਨਾਮਾ, ਪਾੜ ਵਾਹ ਦਿੱਤਾ ਮਾਫੀਨਾਮਾ ਮੈਂ, ਕਿਉਂਕਿ ਕਈ ਵਾਰ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ। ਖੂਬਸੂਰਤ ਟੁੱਟਣਾ ਹੁੰਦਾ ਵੀ ਖੂਬਸੂਰਤ ਹੁੰਦਾ ਹੈ। ਆਹ ਆਹ ਕਿਆ ਬਾਤ ਹੈ ਕਿਆ ਬਾਤ ਹੈ ਮੇਰੀ ਕਿਆ ਕਿਤਾਬ ਬਾਤ ਹੈ ਉਹਦੇ ਵਿੱਚੋਂ ਹੀ ਹੈ ਇਹ हाँ ਕਵਿਤਾ। जी 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 वाह वाह बहुत खूबसूरत बहुत कमाल ਦੀ ਬਿਲਕੁਲ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਤੇ ਬਹੁਤ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਮੈਨੂੰ ਤੁਹਾਨੂੰ ਦੇਖ ਕੇ ਨਾ ਮੇਰਾ ਇੱਕ ਗੀਤ ਯਾਦ ਆ ਹੀ ਜਾਂਦਾ ਹੈ ਕਿ ਸਾਵਲੇ ਜੇ ਰੰਗ ਦੀ ਕੁੜੀ ਅੱਖਾਂ ਨਾਲ ਗੱਲਾਂ ਕਰ ਸ਼ੁਕਰੀਆ ਜੀ। ਜੋ ਹੁਣ ਬੜੇ ਸੋਹਣੇ ਸੋਹਣੇ ਮੈਨੂੰ ਲੱਗ ਰਹੇ ਆ ਗੀਤ। ਮੈਨੂੰ ਪੂਰਾ ਯਾਦ ਨਹੀਂ ਪਰ ਮੈਂ ਤੁਹਾਨੂੰ ਜ਼ਰੂਰ ਭੇਜੂਗੀ ਇਹ ਗੀਤ। ਤੁਸੀਂ ਬੜੇ ਪਿਆਰੇ ਹੋ ਹਨਾ ਤੇ ਬਹੁਤ ਓਨਾ ਹੀ ਪਿਆਰਾ ਲਿਖਦੇ ਹੋ ਤੁਸੀਂ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ। ਸੀਮਾ ਭਾਟੀਆ ਜੀ ਦਾ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨਾਲ ਉਹਨਾਂ ਨੇ ਰਾਬਤਾ ਕਾਇਮ ਕਰਵਾਇਆ ਤੁਹਾਡੇ ਨਾਲ ਮੇਰਾ। ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਆਸ਼ੀਰਵਾਦ ਹੀ ਮੇਰੇ ਨਾਲ ਆ। ਉਹਨਾਂ ਦੇ ਜੀ ਕਰਕੇ ਹੀ ਮੈਂ ਹੋਰ ਅੱਗੇ ਵੱਧ ਪਾਈ ਹਾਂ। ਉਹਨਾਂ ਦਾ ਹੌਸਲਾ ਮੇਰੇ ਲਈ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਸ਼ਕਤੀ ਦੇਣ ਵਾਲਾ ਆ। ਉਹਨਾਂ ਦੇ ਕਰਕੇ ਹੀ ਮੈਂ ਅੱਜ ਹੋਰ ਉਚਾਈ ਤੱਕ ਪਹੁੰਚ ਪਾਈ। ਜੀ ਕੀ ਬਾਤ ਹੈ ਤੇ ਇਹੋ ਜਿਹੇ ਖੂਬਸੂਰਤ ਇਨਸਾਨਾਂ ਦਾ ਸਾਡੇ ਨਾਲ ਹੋਣਾ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ। ਤੇ ਉਹ ਮੇਰੇ ਪ੍ਰੋਗਰਾਮਾਂ 'ਚ ਵੀ ਅਕਸਰ ਹੀ ਕਹਿ ਲਵਾਂ ਰੋਜ਼ ਹੀ ਸ਼ਿਰਕਤ ਕਰਦੇ ਨੇ, ਸਮਾਂ ਕੱਢ ਕੇ ਤੇ ਹੌਸਲਾ ਅਫਜ਼ਾਈ ਕਰਦੇ ਨੇ ਤੇ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਆ ਤਾਂ ਸਾਨੂੰ ਥਾਪੜਾ ਬੜਾ ਜ਼ਰੂਰੀ ਹੁੰਦਾ ਹੈ ਨਾ ਸਾਹਮਣੇ ਵਾਲਿਆਂ ਦਾ ਤੇ ਬਿਲਕੁਲ। ਪਿਆਰ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਅਸੀਂ ਤੇ ਨਿਰਾਸ਼ ਹੁੰਦੇ ਇਹ ਰੂਹ ਦੇ ਰਿਸ਼ਤੇ ਤੇ ਰੂਹਾਨੀ ਰਿਸ਼ਤੇ ਆ ਨਾ ਜਿਹੜੇ ਪ੍ਰਮਾਤਮਾ ਵੱਲੋਂ ਮਿਲਦੇ ਆ, ਔਰ ਇਹ ਆਪਣੇ ਬਿਲਕੁਲ ਕਮਾਏ ਰਿਸ਼ਤੇ ਹੁੰਦੇ ਆ। ਉਹਨਾਂ ਨੇ ਮੈਨੂੰ ਆਪਣੇ ਇੱਕ ਮਾਂ ਵਾਂਗ ਉਹਨਾਂ ਨੇ ਮੈਨੂੰ ਇੱਕ ਪਿਆਰ ਦਿੱਤਾ ਆ। ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਉਹਨਾਂ ਦੇ ਨਾਲ ਇਹੋ ਜਿਹੇ ਰੂਹਾਨੀ ਰਿਸ਼ਤੇ ਮੈਨੂੰ ਮਿਲੇ। ਬਿਲਕੁਲ ਔਰ ਇਹ ਰਿਸ਼ਤੇ ਬੜੇ ਖੂਬਸੂਰਤ ਨੇ। ਮੈਨੂੰ ਲੱਗਦਾ ਕਿ ਆਪਾਂ ਇਹਨਾਂ ਪੱਖੋਂ ਬੜੇ ਅਮੀਰ ਆ ਹਨਾ ਜੇ ਰਿਸ਼ਤਿਆਂ ਦੀ ਬਿਲਕੁਲ ਜੀ, ਗੱਲ ਹਾਂ, ਕਰੀਏ ਕਿਉਂਕਿ ਕਲਮ ਹਾਂਜੀ, ਇਹੋ ਜਿਹੇ ਮਜ਼ਬੂਤ ਰਿਸ਼ਤੇ ਜੋੜਦੀ ਹੈ ਜਿਨ੍ਹਾਂ ਨੂੰ ਅਸੀਂ ਕਦੇ ਮਿਲਦੇ ਨਹੀਂ ਤੇ ਉਹ ਸਾਡੀ ਫਿਕਰ ਕਰਦੇ ਆ ਜਦੋਂ ਸਾਡੇ ਜਦੋਂ ਰਚਨਾਵਾਂ ਪੜ੍ਹਦੇ ਆ ਬਹੁਤ ਸਾਰੀਆਂ ਦੁਆਵਾਂ ਭੇਜਦੇ ਆ ਸਾਡੇ ਕੀਤੇ ਕੰਮਾਂ ਨੂੰ ਸਲਾਹੁੰਦੇ ਆ ਤਾਂ ਬਿਲਕੁਲ ਬੜਾ ਜੀ। ਇੱਕ ਅਤੇ ਇਹ ਰਿਸ਼ਤੇ ਮੈਨੂੰ ਲੱਗਦਾ ਹੈ ਕਿ ਇਹ ਅਸੀਂ ਆਪਣੇ ਆਪ ਹੀ ਇਹਨਾਂ ਦੇ ਨਾਲ ਮਾਲਾਮਾਲ ਹੋ ਜਾਂਦੇ ਆ। ਮੈਂ ਇੱਕ ਵਾਰ ਇੱਕ ਹਸਪੀਟਲ 'ਚ ਗਈ, ਉੱਥੋਂ ਦੇ ਡਾਕਟਰ ਉਹਨਾਂ ਦਾ ਇੰਟਰਸਟ ਸੀ ਸਾਹਿਤ ਵਿੱਚ। ਉਹਨਾਂ ਦੇ ਮੈਂ ਪਰਚੀ ਵਗੈਰਾ ਕਟਵਾ ਕੇ ਜਦੋਂ ਉਹਨਾਂ ਨੇ ਮੈਨੂੰ ਦੇਖਿਆ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਰਜਨੀ ਵਾਲੀਆਂ ਜਿਹੜੀਆਂ ਕਵਿਤਾਵਾਂ ਲਿਖਦੇ ਆ। ਮੈਂ ਕਿਹਾ ਹਾਂਜੀ। ਉਹਨਾਂ ਨੇ ਕਿਹਾ ਫੀਸ ਕਿਆ ਵਾਪਸ ਇਹਨਾਂ ਵਾਹ ਕੋਲੋਂ ਮਤਲਬ ਫੀਸ ਵਾਪਸ ਕਰ ਦਿਓ। ਇੱਕ ਬੜਾ ਵੱਡਾ ਰਿਕਾਰਡ ਹੁੰਦਾ ਆ ਕਿ ਇੰਨੇ ਵੱਡੇ ਹਸਪੀਟਲ 'ਚ ਇੱਕ ਡਾਕਟਰ ਨੇ ਤੁਹਾਨੂੰ ਪਹਿਚਾਨਿਆ ਕਿ ਤੁਸੀਂ ਇੱਕ ਕਵਿਤਰੀ ਹੋ ਤੇ ਇੰਨਾ ਮਾਣ ਸਨਮਾਨ ਦਿੱਤਾ ਉਹਨਾਂ ਨੇ। ਇਹ ਚੀਜ਼ਾਂ ਬਹੁਤ ਵਾਹ ਅਹਿਮੀਅਤ ਰੱਖਦੀਆਂ ਹਨ। ਬਿਲਕੁਲ ਬਿਲਕੁਲ ਤੇ ਹੋਰ ਮਾਨ ਸਨਮਾਨ ਇੱਥੇ ਮਾਇਨੇ ਹੀ ਨਹੀਂ ਰੱਖਦੇ। ਬਿਲਕੁਲ ਬਾਕੀ ਜੀ, ਤਾਂ ਚਲੋ ਫਾਰਮੈਲਿਟੀਆਂ ਹੁੰਦੀਆਂ ਆਪਾਂ ਕਿਸੇ ਮੰਚ ਤੇ ਬੋਲਦੇ ਆ ਸਟੇਜ ਤੇ ਸਾਨੂੰ ਚਲੋ ਉਹਨਾਂ ਵੱਲੋਂ ਮਾਣ ਸਨਮਾਨ ਦਿੱਤਾ ਪਰ ਇਹੋ ਜੇ ਸਾਡਾ ਅੰਦਰ ਆ ਜਿਹੜਾ ਮਾਲਾ ਮਾਲ ਕਰ ਦਿੰਦੇ ਆ ਸਾਡਾ ਗੱਚ ਭਰ ਆਉਂਦਾ ਹੈ ਹਨਾ ਕਿ ਹਾਂਜੀ, ਮੈਂ ਇਸ ਕਾਬਲ ਨਹੀਂ ਸੀ। ਏਦਾਂ ਲੱਗਦਾ ਕਿ ਮੈਂ ਤਾਂ ਇਸ ਕਾਬਲ ਨਹੀਂ ਸੀ ਜੋ ਇਹ ਮੋਹ ਮੁਹੱਬਤ ਮੈਨੂੰ ਮਿਲ ਰਹੀ ਆ। ਹਾਂਜੀ, ਸਕੂਨ ਦਿੰਦੀਆਂ ਜ਼ਿੰਦਗੀ ਨੂੰ ਅਸਲ 'ਚ। ਬਿਲਕੁਲ ਬਹੁਤ ਬਹੁਤ ਜ਼ਿਆਦਾ ਚੈਨ ਮਿਲਦਾ ਤੇ ਕਿਤੇ ਨਾ ਕਿਤੇ ਲੱਗਦਾ ਕਿ ਸਾਡਾ ਲਿਖਣਾ ਸਾਰਥਕ ਹੋ ਗਿਆ। ਹਾਂਜੀ, ਹੈਨਾ? ਬਿਲਕੁਲ ਤੇ ਮੈਂ ਚਾਹੁੰਦੀ ਹਾਂ ਕਿ ਜਲਦੀ ਜਲਦੀ ਤੁਹਾਡੀਆਂ ਹੋਰ ਕਿਤਾਬਾਂ ਆਉਣ ਆਪਾਂ ਫੇਰ ਗੱਲਾਂ ਬਾਤਾਂ ਕਰੀਏ ਤੁਹਾਡੇ ਤੋਂ ਖੂਬਸੂਰਤ ਰਚਨਾਵਾਂ ਸੁਣੀਏ ਤੇ ਸਮਾਂ ਇਜਾਜ਼ਤ ਹੁਣ ਨਹੀਂ ਦੇ ਰਿਹਾ ਤੇ ਜਾਣਾ ਪੈਣਾ ਕਿਉਂਕਿ ਵਧੀਆ, ਇਹੀ ਜਿਹੜਾ ਸਮੇਂ ਦਾ ਨਿਯਮ ਵੀ ਹੈ ਇੱਕ ਹਨਾ ਤੇ ਕਿਉਂਕਿ ਜੇ ਆਪਾਂ ਹੁਣ ਜਾਵਾਂਗੇ ਤਾਂ ਫਿਰ ਦੁਬਾਰਾ ਮਿਲਾਂਗੇ ਜ਼ਰੂਰ ਜੀ। ਆਮੀਨ, ਦੁਬਾਰਾ ਤੇ ਜ਼ਰੂਰ ਆਪਾਂ ਮੁਲਾਕਾਤ। ਜੀ ਮਿਲ ਕੇ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰੀਆਂ ਗੀਤ ਤੁਹਾਡੇ ਤੋਂ ਬਹੁਤ ਸਾਰੇ ਗੀਤ ਤੇ ਰਚਨਾਵਾਂ ਹੋਰ ਸੁਣਾਂਗੇ ਤੇ ਭਵਿੱਖ ਵਾਸਤੇ ਤੁਹਾਡੀ ਕਲਮ ਵਾਸਤੇ ਬਹੁਤ ਸਾਰੀਆਂ ਦੁਆਵਾਂ
ਮੇਰੇ ਵੱਲੋਂ। ਸ਼ੁਕਰੀਆ ਜੀ। ਜੀ ਜੀ। ਤੇ ਹੁਣ ਆਪਣੀ ਦੋਸਤ ਤੇ ਹੋਸਟ ਕਰਮਜੀਤ ਨੂੰ ਦਿਓ ਇਜਾਜ਼ਤ। ਹੱਸਦੇ ਵਸਦੇ ਰਹੋ, ਦੁਆਵਾਂ ਨਾਲ ਰੱਖਿਓ। ਸ਼ੁਕਰੀਆ। ਸ਼ੁਕਰੀਆ।